वाहिगुरु जी का खालसा वाहिगुरु जी की फतेह। गुरु पातशाह जी दी सुभागी गोद विच बड़े ही सत्कार सहित दूरों अते नेड़ेों चल करके शाम दे दीवाना विच आप जी जुड़ बैठे हो। ऐसे सत्संग दे वेले गुरु दी किरपा ते वड्डियां भागां सदका प्राप्त हुंदे ने। आओ इन्हां घड़ियां नूं सफलियां बनाइए। गुर इतिहास दे पावन प्रसंगां विचों आप जी ने सरवण कीता। जदों सतगुरां ने इस्लामिक मोढी लोकां दे सवालां दे जवाब दिते, उन्हां दा पखंड उन्हां दा पाज उघाड़िया। गुरु बाबा जी नूं अपना हजरत पीर मन के उन्हां ने सलाम कीती। कुछ क समां सतगुरां इत्थे बतीत कीता। हुण भाई मरदाना जी बेनती करदे ने, महाराज किरपा करो मैनूं मदीने दे दर्शन करा दिओ। गुरु पातशाह जी आखदे आ, मरदानिया इत्थों दूर बहुत है, पैदल चल के 12 दिनां दा सफर है, जे जाना ते तुर के चल। कहंदा नहीं बाबा जी तुसीं ते पलां च लै चलदे हो, तुहाडे वास्ते दूरियां दूरियां नहीं, मिन्नत ते तरला ही है। समुचा ब्रह्मांड आप जी दा परिपूर्ण परमात्मा तुसी हो, तुसी किहड़ा किसी नूं पुछना है। इन्हां सारे बचनां नूं आप जी ने विस्तार सहित सरवण कीता है। आओ कुछ समां मन बिरतियां नूं एकाग्र चित बनाइए। रसना करो पवित्र, बख्शो आसीस, गज वज के आखो जी सतनाम श्री सतनाम श्री वाहिगुरु साहिब जी। सवैया द्वादश बासर मार्ग दूर है, तू चरण हमरे टिग सो। भाई बाला जी ये पावन कथा उस वेले दी सुना रहे ने जदों सौदे की धरती ते गुरु नानक पातशाह जी विचर रहे हैं। भाई मरदाना गल पल्ला पा के कहंदे आ, बाबा मन दा ख्याल है एडी दूर मक्के भी चल के आए आ, जे मदीने ना गए ते मन ने कहना है भी कोलों ही मुड़ाए। सतगुर कहंदे मरदाने आ बहुत दूर आ इथों। कहंदा नहीं बाबा जी आ तेरे आ मदीना। गुरु साहब कहते आ इत्थे नहीं, 12 दिन सारा दिन तुरना पैना, इन्नी दूरी ते। मारूथल दे इलाके सी उदों, अज भी ने। चलो अज ते बाई रोड दुनिया ते बाई एयर चले जाती है। उदों केवल रस्ते सी रेते दे जिन्हां ते ऊठ चलदे सी। गुरु बाबा जी कहते मरदाने आ जे तैनूं ये रस्ता मंजूर आ ते चलदे आ भाई, जिथे बाकी हाजी तुरदे ने आपां भी तुर के चलांगे। हे प्रभ कीते हजार आए,
छिन माही आवार लगी नह को। ਪਾਤਸ਼ਾਹ ਜੇ ਤੁਸੀਂ ਚਾਹੋ ਨਾ, ਇੱਕ ਅੱਖ ਦਾ ਫੋਰ ਕਿੰਨਾ ਹੁੰਦਾ ਹੈ, ਇੱਕ ਛਿਨ ਵਿੱਚ ਤੁਸੀਂ ਮੱਕੇ ਤੋਂ ਮਦੀਨੇ ਆ ਸਕਦੇ। ਜੇ ਆਪਾਂ ਭਾਰਤ ਤੋਂ ਚੱਲ ਕੇ ਸਾਊਦੀ ਪਹੁੰਚ ਸਕਦੇ ਹਾਂ ਕੁਝ ਪਲਾਂ ਵਿੱਚ, ਅੱਖ ਦੇ ਝਪਕੇ ਵਿੱਚ। ਮਰਜਾ ਤੇ ਸਫ਼ਰ ਕੋਈ ਬਹੁਤਾ ਦੂਰ ਨਹੀਂ, ਨੇੜੇ ਵਾਲੇ ਨੂੰ ਤੁਸੀਂ ਦੂਰ ਦੱਸ ਰਹੇ ਹੋ, ਪਰ ਆਪ ਦੀ ਵਾਸਤੇ ਨਾ ਕੁਝ ਨੇੜੇ ਹੈ ਨਾ ਕੁਝ ਦੂਰ ਹੈ। ਕਿੱਡਾ ਵੱਡਾ ਭਰੋਸਾ, ਐਤਵਾਰ ਤੇ ਨਿਸ਼ਚਾ ਆਪਣੇ ਸੱਜਣ ਪਿਆਰੇ ਤੇ ਹੈ। ਬਾਰ-ਬਾਰ ਭਾਈ ਮਰਦਾਨਾ ਜੀ ਬੇਨਤੀ ਕਰਦੇ ਨੇ, ਕਹਿੰਦੇ ਮਰਦ ਜੇ ਮੈਂ ਨਾ ਵੇਖਿਆ ਫਿਰ ਪਛਤਾਵਾ ਹੋਣਾ ਏ। ਦੂਰ ਨ ਜਾਣਤ ਹੂੰ ਏਤੇ ਤਤਕਾਲ ਚਲੈ ਤੁਮਰੇ ਸੰਗ ਹੋ। ਭਾਈ ਬਾਲਾ ਜੀ ਨੇ ਵੀ ਸਤਿਗੁਰਾਂ ਦੇ ਬਚਨਾਂ ਨਾਲ ਸਹਿਮਤੀ ਪ੍ਰਗਟਾਈ। ਕਹਿੰਦੇ ਬਾਬਾ ਜੀ ਜੇ ਆਪ ਪੈਦਲ ਚੱਲ ਕੇ ਜਾਣਾ ਚਾਹੁੰਦੇ ਹੋ ਤੇ ਅਸੀਂ ਵੀ ਚੱਲਾਂਗੇ। ਪੈਦਲ ਜਾਣ ਦਾ ਕਾਰਨ ਕੀ ਹੈ? ਰਸਤੇ ਵਿੱਚ ਹਾਜੀ ਮਿਲਣਗੇ, ਇਸਲਾਮਿਕ ਲੋਕ ਮਿਲਣਗੇ, ਕਿੰਨਿਆਂ ਦਾ ਉਧਾਰ ਗੁਰੂ ਬਾਬਾ ਜੀ ਨੇ ਕਰਨਾ ਜਿਨ੍ਹਾਂ ਦਾ ਜ਼ਿਕਰ ਵੀ ਇਤਿਹਾਸ 'ਚ ਨਹੀਂ ਆਇਆ। 12 ਰਾਤਾਂ ਸਤਿਗੁਰ ਜੇ ਰਸਤੇ 'ਚ ਬਤੀਤ ਕਰਨਗੇ ਤੇ ਹਰ ਰਾਤ ਕਿਸੇ ਨਾ ਕਿਸੇ ਨਾਲ ਗੁਰੂ ਪਾਤਸ਼ਾਹ ਨੇ ਚਰਚਾ ਕੀਤੀ। ਕਿਤੇ ਫਕੀਰਾਂ ਦੇ ਟੋਲੇ ਮਿਲਦੇ ਆ, ਕਿਤੇ ਹਾਜੀ ਲੋਕ ਬਹਿਸ ਕਰਦੇ ਆ ਵੀ ਸਾਡਾ ਧਰਮ ਵੱਡਾ ਤੇ ਦੂਜਾ ਧਰਮ ਛੋਟਾ। ਉਹ ਵੱਡਾ ਕਾਰਨ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੁਰ ਕੇ ਜਾਣ ਦਾ। ਜਦੋਂ ਸਤਿਗੁਰਾਂ ਨੇ ਬਚਨ ਆਖਿਆ ਵੀ ਜਾਣਾ ਤੇ ਤੁਰ ਕੇ ਜਾਣਾ, ਪੈਦਲ ਜਾਣਾ, ਭਾਈ ਮਰਦਾਨਾ ਜੀ ਨੇ ਫਿਰ ਦਬੀ ਜੀ ਜ਼ੁਬਾਨ ਵਿੱਚ ਹਾਮੀ ਭਰ ਦਿੱਤੀ। ਕਹਿੰਦੇ ਪਾਤਸ਼ਾਹ ਸਭ ਤੇਰੀ ਮੌਜ ਹੈ। ਸ੍ਰੀ ਕਰਤਾਰ ਧਰਵਤਾਰ ਉਦਾਹਰਨ ਕੋ ਕਲ ਕੀ ਨਰ ਜੋ। ਭਾਈ ਬਾਲਾ ਜੀ ਕਹਿੰਦੇ ਸਾਹਿਬ ਜੀ ਤੁਸੀਂ ਇਹ ਆਪਣਾ ਰੂਪ ਅਵਤਾਰ ਧਾਰਨ ਕੀਤਾ ਕਲਯੁਗੀ ਲੋਕਾਂ ਦੇ ਉਧਾਰ ਵਾਸਤੇ, ਦੁਨੀਆ ਦੇ ਭਲੇ ਵਾਸਤੇ। ਰੱਬ ਜੀ ਆਪ ਨਾਨਕ ਜੀ ਦਾ ਰੂਪ ਧਾਰਨ ਕਰਕੇ ਆਏ ਨੇ। ਸਤਿਗੁਰਾਂ ਨੂੰ ਬਾਰ-ਬਾਰ ਬੇਨਤੀਆਂ ਕੀਤੀਆਂ, ਮਹਾਰਾਜ ਅਸੀਂ ਵੀ ਚਾਹੁੰਦੇ ਹਾਂ ਤੁਰ ਕੇ ਜਾਈਏ। ਕਿਉਂਕਿ ਭਾਈ ਮਰਦਾਨਾ ਨਿੱਤ ਕਹਿੰਦਾ ਸੀ ਬਾਬਾ ਦੁਨੀਆ ਵੇਖਣੀ ਹੈ, ਸੰਸਾਰ ਵੇਖਣਾ ਏ, ਤੁਰ ਕੇ ਜਾਵਾਂਗੇ ਤਾਂ ਦੁਨੀਆ ਦਾ ਰੂਪ ਦਿਸੇਗਾ। ਕੋਹਰਾ ਮਰਦਾਨੇ ਤੇਰੋ ਕਹਿਓ ਹਮ ਨਹਿ ਦੇਤ ਹਟਾਏ। ਨਾਮ ਮਦੀਨਾ ਜਾਹੀ ਕੋ ਚਲ ਤੁਝ ਦੇਹ ਦਿਖਾਏ। ਉਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਕਾਬੇ ਦੀ ਹਦੂਦ ਤੋਂ ਉੱਠੇ ਨੇ। ਕਹਿੰਦੇ ਚੱਲ ਮਰਦਾਨਿਆ ਫੇਰ ਕਦੋਂ ਜਾਣਾ? ਜੇ ਤੇਰਾ ਮਨ ਹੈ, ਜੇ ਤੇਰੀ ਇੱਛਾ ਹੈ ਭਾਈ, ਅਸੀਂ ਤੇ ਤੇਰੇ ਮੁਤਾਬਕ ਚੱਲਦੇ ਹਾਂ। ਕਿਉਂਕਿ ਗੁਰੂ ਪਾਤਸ਼ਾਹ ਆਪਣੇ ਦੋਨੇ ਪਿਆਰੇ ਸਿੱਖਾਂ ਨੂੰ ਆਪਣੇ ਮਿੱਤਰ ਤੇ ਆਪਣੇ ਸੱਜਣ ਮੰਨਦੇ ਆ। ਸੱਜਣ ਉਹੀ ਹੈ, ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚੱਲਾਂ। ਸੱਜਣ ਤੇ ਉਹ ਹੈ ਜੋ ਆਪਣੇ ਪਿਆਰੇ ਦੀ ਖੁਸ਼ੀ ਵਿੱਚ ਜਿਉਂਦਾ ਹੈ, ਉਹਦੇ ਅਨੁਸਾਰ ਹੀ ਚੱਲਦਾ ਹੈ। ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਅਨੁਸਾਰ ਸਾਰੀ ਸ੍ਰਿਸ਼ਟੀ ਚੱਲਦੀ ਹੈ ਨਾ, ਜੇ ਉਹ ਅਨੁਸਾਰ ਚੱਲਦੇ ਨੇ ਭਾਈ ਮਰਦਾਨਾ ਜੀ ਦੇ, ਭਾਈ ਬਾਲਾ ਜੀ ਦੇ, ਕਿਉਂਕਿ ਸੱਜਣ ਨੇ। ਤੇ ਸਾਹਿਬ ਉੱਠੇ, ਭਾਈ ਮਰਦਾਨਾ ਜੀ ਨੇ ਇੱਕ ਮੋਢੇ ਤੇ ਰਬਾਬ ਚੁੱਕ ਲਈ ਤੇ ਭਾਈ ਬਾਲਾ ਜੀ ਨੇ ਕੱਪੜਿਆਂ ਦੀ ਪੰਡ ਚੁੱਕ ਲਈ, ਜਿਹਦੇ 'ਚ ਥੋੜੇ ਜਿਹੇ ਕੱਪੜੇ ਆ, ਇੱਕ ਬਸਤਰ ਹੈ, ਕਿਉਂਕਿ ਇੱਕ ਧੋ ਲਿਆ ਇੱਕ ਪਾ ਲਿਆ। ਫਕੀਰਾਂ ਦੀ ਮਾਂ ਹੁੰਦਾ, ਕੋਈ ਕੱਪੜੇ ਥੋੜਾ ਇਕੱਠੇ ਕਰੀ ਫਿਰਦੇ। ਫਕੀਰੀ ਇਹ ਹੈ, ਦੁਨੀਆ ਵਿੱਚ ਸਭ ਤੋਂ ਵੱਧ ਸੁਖੀ ਉਹ ਬੰਦਾ ਹੈ ਜਿਹਦੇ ਪੈਰ ਵਿੱਚ ਇੱਕ ਜੋੜਾ ਹੈ, 2 ਬਸਤਰ ਨੇ, ਇੱਕ ਧੋ ਲਿਆ ਇੱਕ ਸੁਕਾ ਲਿਆ। ਜਿੰਨਾ ਸੁਖੀ ਉਹ ਇਨਸਾਨ ਹੈ, ਜਿੰਨੀਆਂ ਇਸ਼ਾਵਾਂ ਉਹਦੀਆਂ ਘੱਟ ਨੇ, ਜਿੰਨੇ ਸੁੱਖ ਉਹਦੇ ਕੋਲ ਨੇ ਨਾ, ਕਿਸੇ ਬਾਦਸ਼ਾਹ ਜਾਂ ਅਮੀਰ ਕੋਲ ਨਹੀਂ। ਅੱਜ ਦੁਨੀਆ ਦੇ ਦੁੱਖਾਂ ਦਾ ਕਾਰਨ ਕੀ ਹੈ? ਲੋੜ ਤੋਂ ਵੱਧ ਕੇ ਵੱਡੀ ਹੌਬੀਜ਼, ਸ਼ੌਂਕ। ਜਿੱਥੇ ਇੱਕ ਬੂਟ ਨਾਲ ਸਰ ਸਕਦਾ ਉੱਥੇ 25 50 ਜੁੱਤੀਆਂ ਪਈਆਂ, ਫਿਰ ਜੁੱਤੀਆਂ ਦੇ ਘਰ ਹੈ। ਜਿੱਥੇ 2-4 ਸੂਟਾਂ ਨਾਲ ਸਰ ਸਕਦਾ ਹੈ, ਕੱਪੜਿਆਂ ਨਾਲ ਸਰ ਸਕਦਾ ਹੈ, ਉੱਥੇ ਅਲਮਾਰੀਆਂ ਭਰੀਆਂ ਨੇ, ਰੱਖਣ ਨੂੰ ਤਾਂ ਨਹੀਂ। ਚੁਆਇਸ ਫੇਰ ਹੈ ਵੀ ਹਾਏ ਹਾਏ ਮੇਰੇ ਕੋਲ ਤੇ ਕੱਪੜੇ। ਇਹ ਦੁੱਖਾਂ ਦਾ ਕਾਰਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦਸੇ ਸਤਿਗੁਰਾਂ ਦਾ ਜੀਵਨ ਪੜ੍ਹਿਓ ਕਦੇ ਆਪ, ਉਦੋਂ ਪਤਾ ਲੱਗਣਾ ਹੈ ਐਸੇ ਤਿਆਗੀ ਸਨ ਗੁਰੂ ਪਾਤਸ਼ਾਹ
ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜ ਜਿੱਥੇ ਬਸਤਰ ਇੱਕ ਦੋ ਰੱਖਦੇ ਆ ਨਾ, ਉੱਥੇ ਸਵੇਰ ਦਾ ਬਣਿਆ ਭੋਜਨ ਸ਼ਾਮ ਨੂੰ ਸਮਾਪਤ ਕਰ ਦਿੱਤਾ ਜਾਂਦਾ। ਕਦੇ ਵੀ ਬੇਹੱਦ ਤੇ ਬਾਸੀ ਭੋਜਨ ਲੰਗਰ 'ਚ ਨਹੀਂ ਸੀ ਵਰਤਾਇਆ। ਪਾਣੀ ਤੱਕ ਵੀ ਗਾਗਰਾਂ ਮੁੱਧੀਆਂ ਮਾਰ ਦਿੱਤੀਆਂ ਜਾਂਦੀਆਂ ਸਨ। ਕਹਿੰਦੇ ਜਦੋਂ ਸਵੇਰਾ ਹੋ ਵਾਹਿਗੁਰੂ ਆਪੀ ਦੋ। ਏਸੀ ਤਿਆਗ, ਏਸੀ ਵੈਰਾਗ, ਕੱਪੜੇ ਬਹੁਤੇ ਨਹੀਂ ਸੀ ਪਾਉਂਦੇ, ਬੜੇ ਸਾਦਗੀ ਦੇ ਇੱਕ ਦੋ ਜੋੜੇ ਮਰਦ ਨੇ ਰੱਖੇ, ਧੋ ਲਿਆ ਹੰਢਾ ਲਿਆ। ਏਸੀ ਮੌਜ ਫਕੀਰਾਂ ਦੀ। ਅੱਜ ਵੀ ਬੰਦਗੀ ਵਾਲੀਆਂ ਰੂਹਾਂ ਦੇ ਕੋਲ ਗਿਣਤੀ ਦੇ ਇੱਕ ਦੋ ਚਾਰ ਹੀ ਕੱਪੜੇ ਹੁੰਦੇ। ਗੁਰੂ ਸਾਹਿਬ ਨੇ ਸਾਰੀ ਦੁਨੀਆ ਘੁੰਮੀ ਹੈ, ਸਾਰਾ ਸੰਸਾਰ ਘੁੰਮਿਆ। ਕੋਈ ਮੁਸਲਮਾਨ, ਹਿੰਦੂ, ਸਿੱਖ, ਇੱਕ ਇਤਿਹਾਸਕਾਰ ਵਿਖਾ ਦਿਓ ਜੀ ਜਿਹੜਾ ਆਖੇ ਵੀ ਮਰਜ ਟਰਾਲੀ ਬੈਗ ਖਿੱਚੀ ਫਿਰਦੇ ਸੀ ਕੱਪੜਿਆਂ ਦਾ ਨਾਲ। ਇਹ ਕੀ ਹੈ? ਸਾਦਗੀ ਹੈ। ਜਿੰਨੇ ਬਸਤਰ ਘੱਟ ਹੋਣਗੇ, ਜਿੰਨੇ ਪਦਾਰਥ ਘੱਟ ਹੋਣਗੇ, ਉਹਨਾਂ ਪਦਾਰਥਵਾਦੀ ਜੀਵਨ ਨਹੀਂ ਹੋਏਗਾ, ਉਨੀ ਸਾਦਗੀ ਹੋਏਗੀ। ਉਹਨਾਂ ਫਿਕਰਮੰਦ ਨਹੀਂ ਹੋਏਗਾ, ਉੱਚੀ ਸੁੱਚੀ ਸੋਚ ਰੱਖੇਗਾ। ਅੱਜ ਸਾਡੀ ਸੋਚ ਜੁੱਤੀਆਂ ਤੇ ਕੱਪੜਿਆਂ ਤੋਂ ਬਾਹਰ ਨਹੀਂ, ਤੇ ਕੰਮ ਵੀ ਜੁੱਤੀਆਂ ਵਾਲੇ ਨੇ। ਆਖੋ ਸਤਿਨਾਮ। ਇਹ ਖੌੜਾ ਸੱਚ ਹੈ। ਜਿੱਥੇ ਸੋਚ ਰਹਿਣੀ ਫਿਰ ਉਹੀ ਕੁਝ ਮਿਲਣਾ ਹੈ। ਭਾਈ ਮਰਦਾਨਾ ਜੀ ਨੇ ਸਾਥ ਬਾਬਾ ਜੀ ਦਾ ਦਿੱਤਾ, ਨਾਲ ਨਾਲ ਚੱਲੇ। ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਅੱਗੇ ਚੱਲ ਪਏ। ਚਰਨਾਂ 'ਚ ਪਾਈ ਹੈ ਖੜਾਮ। ਖੜਾਵਾਂ ਪਾ ਕੇ ਤੁਰਨਾ ਬਹੁਤ ਔਖਾ ਹੈ। ਅੱਜ ਕੱਲ ਜਿਹੜੀਆਂ ਖੜਾਵਾਂ ਪਾਈ ਫਿਰਦੇ ਨਾ ਲੋਕੀ ਪਟੇ ਵਾਲੀਆਂ, ਪਰ ਨਹੀਂ, ਅਸਲ ਖੜਾਵ ਉਹ ਹੈ ਜਿਹਦੇ ਵਿੱਚ ਅੰਗੂਠੇ ਦੇ ਸਿਰਫ ਇੱਕ ਸਟਿਕ ਲੱਗੀ ਹੋਈ ਆ, ਉੱਪਰ ਥੱਲੇ ਕੋਈ ਫਲਿੱਪ ਨਹੀਂ, ਕੋਈ ਕਵਰ ਨਹੀਂ, ਉਹਨੂੰ ਖੜਾਮ ਕਹਿੰਦੇ ਆ। ਅੱਜ ਕੱਲ ਤੇ ਖੜਾਵਾਂ ਪਟੇ ਚਾੜੇ ਹੁੰਦੇ ਉੱਤੇ ਤੇ ਬੰਦਾ ਈਜ਼ੀ ਤੁਰਿਆ ਫਿਰਦਾ ਹੈ। ਖੜਾਵ ਉਹੀ ਪਾ ਕੇ ਤੁਰ ਸਕਦਾ ਭਾਈ ਜਿਹਨੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਅਭਿਆਸ ਕੀਤਾ ਹੈ। ਹੁਣ ਮੱਕੇ ਦੇ ਰਾਹ ਤੋਂ ਸਤਿਗੁਰ ਚੱਲੇ ਨੇ, ਖੜਾਵਾਂ ਪਹਿਨੀਆਂ ਨੇ। ਇਹ ਕਿੱਥੋਂ ਪਾਈਆਂ ਸੀ ਗੁਰੂ ਸਾਹਿਬ ਨੇ? ਜਦੋਂ ਲਖਪਤ ਦੀ ਬੰਦਰਗਾਹ ਤੋਂ ਚੱਲੇ ਸੀ ਉਦੋਂ ਖੜਾਵਾਂ ਧਾਰਨ ਕਰ ਲਈਆਂ। ਕਦੇ ਮੌਜੇ ਪਾ ਲੈਂਦੇ ਸੀ, ਕਦੇ ਜੋੜਾ ਪਾ ਲੈਂਦੇ ਆ, ਕਦੇ ਨੰਗੇ ਪੈਰ ਚੱਲ ਪੈਂਦੇ ਆ। ਫਿਰ ਫਕੀਰ ਜੋ ਹੋਏ, ਸ਼ਹਿਨਸ਼ਾਹ ਜੋ ਸ੍ਰਿਸ਼ਟੀ ਦੇ ਮਾਲਕ ਜੋ ਹੋਏ, ਗੁਰੂ ਬਾਬਾ ਜੀ ਚੱਲੇ ਨੇ ਭਾਈ ਮਰਦਾਨਾ ਜੀ ਦੀ ਇੱਛਾ ਦੇ ਮੁਤਾਬਕ। ਕਬਿਤ ਮੰਦ ਮੰਦ ਚਲੇ, ਦਿਨ ਦਵਾਦਿਸ਼ ਮੈਂ ਗਈ ਤਹਿ, ਬੈਸ ਗੇ ਨਿਕਟ ਥਾਨ ਜਾਏ ਸੁਖ ਦਾਨੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਤੋਂ ਮਦੀਨਾ 300 ਕਿਲੋਮੀਟਰ ਦਾ ਸਫ਼ਰ ਹੈ। ਰੋਜ਼ ਪੈਦਲ ਚੱਲਦੇ ਆ। ਕਿੰਨੀ ਵਾਕਿੰਗ ਹੋਣੀ। ਸਵੇਰੇ ਅੰਮ੍ਰਿਤ ਵੇਲੇ ਤੁਰ ਪੈਂਦੇ ਆ 5 ਵਜੇ। ਸ਼ਾਮ ਦਾ ਜਦ ਤੱਕ ਸੂਰਜ ਨਹੀਂ ਛਿਪਦਾ, ਜਦੋਂ ਸੂਰਜ ਛਿਪਣ ਤੇ ਆਇਆ ਉੱਥੇ ਹੀ ਚੌਂਕੜਾ ਲਾ ਲੈਣਾ ਕੋਈ ਥਾਂ ਖਾਲੀ ਦੇ ਕੇ। 12 ਦਿਨ ਚੱਲਦੇ ਰਹੇ, 12 ਰਾਤਾਂ ਰਸਤੇ 'ਚ ਬਤੀਤ ਕੀਤੀਆਂ। ਇਹਨਾਂ ਰਾਹਾਂ ਦੇ ਵਿੱਚ 18 ਬੜੀਆਂ ਹੁੰਦੀਆਂ ਸੀ ਮੁਸਾਫਰਖਾਨੇ। ਹੁਣ ਮੱਕੇ ਤੋਂ ਮਦੀਨੇ ਨੂੰ ਜਾਂਦੇ ਕਿੰਨੇ ਹਾਜੀ ਜਾਂਦੇ ਸੀ। ਲੰਗਰ ਪਾਣੀ ਦਾ ਇੰਤਜ਼ਾਮ, ਰਿਹਾਇਸ਼ਾਂ ਹੁੰਦੀਆਂ ਸੀ, ਕੱਚੀਆਂ ਪੱਕੀਆਂ, ਉਹਨਾਂ ਸਮਿਆਂ ਦੀਆਂ। ਸਾਹਿਬ ਦੀ ਇਹਨਾਂ ਲੋਕਾਂ ਦੇ ਕਦੇ ਕੋਲ ਬਹਿ ਜਾਂਦੇ ਆ, ਕਦੇ ਦੂਰ ਬਹਿੰਦੇ ਆ। ਨਿੱਤ ਚਰਚਾ ਰੱਬ ਦੇ ਨਾਂ ਦੀ ਹੁੰਦੀ। ਪਤਾ ਨਹੀਂ ਕਿੰਨਿਆਂ ਫਕੀਰਾਂ ਮੁਸਲਮਾਨਾਂ ਦਾ ਉਧਾਰ ਕੀਤਾ। ਆਖਰਕਾਰ 12ਵੇਂ ਦਿਨ ਦੀ ਸ਼ਾਮ ਹੋਈ, ਮਦੀਨੇ ਸ਼ਹਿਰ ਵਿੱਚ ਆ ਗਏ। ਮੱਕਾ ਕੋਈ ਧਾਰਮਿਕ ਥਾਂ ਨਹੀਂ ਹੈ, ਮੱਕਾ ਸ਼ਹਿਰ ਹੈ। ਕਾਬਾ ਸ਼ਰੀਫ ਕਰਕੇ ਮੱਕਾ ਸ਼ਰੀਫ ਆਖਿਆ ਜਾਂਦਾ ਹੈ। ਜਿਵੇਂ ਦਰਬਾਰ ਸਾਹਿਬ ਇੱਕ ਪਾਵਨ ਅਸਥਾਨ ਹੈ, ਪਰ ਸਾਰੇ ਨਗਰ ਦਾ ਨਾਮ ਹੈ ਅੰਮ੍ਰਿਤਸਰ ਸਾਹਿਬ। ਕੱਲਾ ਨਗਰ ਨਹੀਂ, ਜ਼ਿਲ੍ਹਾ ਵੀ ਅੱਜ ਅੰਮ੍ਰਿਤਸਰ ਹੈ। ਅੰਮ੍ਰਿਤਸਰ ਕਿਹਨੂੰ ਕਹਿੰਦੇ ਆ? ਅੰਮ੍ਰਿਤਸਰ ਨਾਮ ਸਰੋਵਰ ਦਾ ਸੀ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੰਸ ਹੋਏ। ਜੀ ਇਸ਼ਨਾਨ ਕੀਤੀਆਂ ਨਹਾਇਆ, ਕਾਂ ਵਰਗੇ ਪਾਪੀ ਲੋਕ, ਕਾਲੇ ਮਨ ਵਾਲੇ ਚੱਟੇ ਹੰਸ ਹੋ ਗਏ, ਸ਼ੁੱਧ ਹੋ ਗਏ। ਉਸੇ ਅੰਮ੍ਰਿਤਸਰ। ਪਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਸ ਅੰਮ੍ਰਿਤ ਸਰੋਵਰ ਦੇ ਵਿੱਚ ਸੁਭਾਏਮਾਨ ਹੈ। ਇਸੇ ਤਰ੍ਹਾਂ ਮੱਕੇ ਸ਼ਹਿਰ ਦੇ ਵਿੱਚ ਕਾਬਾ ਸ਼ਰੀਫ, ਮਦੀਨਾ ਸ਼ਹਿਰ ਬਹੁਤ ਵੱਡਾ। ਉਹਨਾਂ ਸਮਿਆਂ ਦੇ ਵਿੱਚ ਕੈਪੀਟਲ ਹੁੰਦੀ ਸੀ, ਰਾਜਧਾਨੀ ਮੰਨੀ ਜਾਂਦੀ ਸੀ, ਤੇ ਅੱਜ ਵੀ ਰਾਜਧਾਨੀ ਉਸ ਇਲਾਕੇ ਦੀ। ਹੁਣ ਇਹਦੇ ਵਿੱਚ ਬਹੁਤ ਵੱਡੀ ਅੱਜ ਵੀ ਕਬਰ ਬਣੀ ਆ, ਮਕਬਰਾ, ਜਿਹਨੂੰ ਮਕਬਰਾ ਅਲ ਨਵਾਬੀ ਕਹਿੰਦੇ ਆ।
ਦੁਨੀਆ ਦੀ ਸਭ ਤੋਂ ਮਹਿੰਗੀ ਮਸਜਿਦ ਆ ਮਦੀਨੇ ਦੀ। ਗੁਰੂ ਨਾਨਕ ਸਾਹਿਬ ਮਹਾਰਾਜ ਮਕਬਰੇ ਤੋਂ, ਮਸਜਿਦ ਤੋਂ ਬਾਹਰ, ਕੰਧ ਤੋਂ ਬਾਹਰ ਬਹਿ ਗਏ। ਫਕੀਰੀ ਲਿਬਾਸ ਹੈ, ਸਤਿਗੁਰਾਂ ਦਾ ਲਿਬਾਸ ਬੜਾ ਅਟਰੈਕਟ ਕਰਦਾ ਹੈ ਜੀ। ਬਸਤਰ ਉਹਨਾਂ ਨੇ ਹਾਜੀਆਂ ਵਾਲੇ ਨੀਲੇ ਪਾਏ ਆ, ਕੇਸ ਪਿੱਛੇ ਖਿਲਾਰੇ ਆ, ਸਿਰ ਤੇ ਦਸਤਾਰਾ ਬੰਨ੍ਹਿਆ, ਹਲਕੇ ਹਲਕੇ ਵਾਲ ਕੇਸ ਨਿਕਲੇ ਆ, ਗਲ ਵਿੱਚ ਜਨੇਊ ਪਾਇਆ, ਮੱਥੇ ਤੇ ਤਿਲਕ, ਬਾਹਾਂ ਤੇ ਰੱਸੇ ਲਪੇਟੇ ਹੋਏ ਜਿੱਦਾਂ ਆਮ ਲਪੇਟਦੀ ਆ ਆਪਾਂ, ਪੈਰਾਂ ਨੂੰ, ਚਰਨਾਂ ਨੂੰ ਰੱਸੇ ਲਪੇਟੇ ਆ, ਚਰਨਾਂ ਵਿੱਚ ਖੜਾਮ ਪਾਈ ਹੋਈ ਹੈ। ਭਾਈ ਬਾਲਾ ਜੀ ਦੇ ਇੱਕ ਹੱਥ ਦੇ ਵਿੱਚ ਮੁਸੱਲਾ ਫੜਿਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਸੱਜੇ ਕਾਸ਼ ਵਿੱਚ ਇੱਕ ਕਿਤਾਬ ਹੈ ਤੇ ਖੱਬੇ ਹੱਥ ਸੋਟਾ ਫੜਿਆ ਹੋਇਆ ਹੈ, ਲੱਕੜ ਦਾ ਬਹੁਤ ਮੋਟਾ ਮੂਸਲ, ਜਿਵੇਂ ਆਪਣੇ ਨਹੀਂ ਹੁੰਦੇ ਰੱਖੇ ਹੋਏ ਮਸਾਲੇ ਮਸੂਲੇ ਕੁੱਟਣ ਵਾਲੇ ਪੁਰਾਣੇ ਸਮੇਂ 'ਚ, ਏਦਾਂ ਦਾ ਭਾਰੀ ਸੋਟਾ। ਕਿਉਂਕਿ ਸੋਟਾ ਸੋਟੀ ਨੂੰ ਨਹੀਂ ਕਹਿੰਦੇ, ਸੋਟੀ ਹੋਰ ਚੀਜ਼ ਆ, ਸੋਟਾ ਹੋਰ ਚੀਜ਼ ਹੈ। ਸੋਟਾ ਉਹਨੂੰ ਕਹਿੰਦੇ ਆ ਧਰਤੀ ਤੇ ਵੱਜਿਆਂ ਆਵਾਜ਼ ਕੱਢੇ, ਜਿਹਦੇ ਨਾਲ ਕੁੱਟਿਆ ਜਾ ਸਕਦਾ ਹੈ, ਕੁਝ ਰਗੜਿਆ ਜਾ ਸਕਦਾ ਏ। ਤੇ ਸੋਟੀ ਬਿਲਕੁਲ ਸਿੰਪਲ ਜੀ ਸਟਿਕ। ਤੇ ਪੁਰਾਣੇ ਬਜ਼ੁਰਗ ਸੋਟਾ ਰੱਖਦੇ ਸੀ, ਜਿਹਨੂੰ ਸਲੋਤਰ ਵੀ ਕਹਿ ਦਿੰਦੇ ਆ, ਨਿਹੰਗ ਸਿੰਘਾਂ ਕੋਲ ਹੁੰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿੰਦੇ ਹੱਥ ਸੋਟਾ ਫੜਿਆ, ਕੱਛ 'ਚ ਕਿਤਾਬ ਹੈ। ਇਹ ਉਹ ਕਿਤਾਬ ਹੈ ਜਿਹਦੇ ਵਿੱਚ ਧੁਰ ਕੀ ਬਾਣੀ ਦੇ ਬਚਨ ਲਿਖੇ ਹੋਏ ਨੇ। ਭਾਈ ਗੁਰਦਾਸ ਲਿਖਦੇ ਆ, ਆਸ ਆਸਾ ਕਿਤਾਬ ਕੱਛ ਰੋੜਾਂ ਦੀ ਗੁਰ ਕਰੀ ਵਿਛਾਈ। ਰੋੜਾਂ ਤੇ ਬਹਿ ਜਾਂਦੇ ਆ, ਪੱਥਰਾਂ ਤੇ ਬਹਿ ਜਾਂਦੇ ਆ, ਆਸਾ ਨਾਮ ਆ ਸੋਟੇ ਦਾ। ਹੱਥ 'ਚ ਸੋਟਾ ਰੱਖਦੇ ਆ, ਚਰਨਾਂ 'ਚ ਖੜਾਵ ਰੱਖਦੇ, ਕੱਛ 'ਚ ਕਿਤਾਬ ਰੱਖਦੇ ਆ। ਪੋਥੀ ਸਾਹਿਬ ਕਹਿੰਦੇ ਸਤਿਗੁਰਾਂ ਨੂੰ ਵੇਖ ਕੇ ਹਰ ਹਾਜੀ ਕੋਲੋਂ ਲੰਘਦਾ ਹੈ, ਸੋਚਦੇ ਜਾਂਦੇ ਆ ਬਈ ਇਹ ਚੀਜ਼ਾਂ ਕੀ ਨੇ। ਆਖੋ ਸਤਿਨਾਮ, ਨਾ ਇਹ ਹਿੰਦੂ ਨਾ ਇਹ ਮੁਸਲਮਾਨ। ਹਰ ਇੱਕ ਦੇ ਮਨ 'ਚ ਖਿਆਲ ਆਉਂਦਾ ਹੈ। ਕਈ ਬਹਿਸ ਕਰਨ ਆਉਂਦੇ ਆ, ਕੌਣ ਨੇ ਬਈ ਕਾਫਰ। ਕੋਈ ਪਿਆਰ ਚੱਕ ਪੁੱਛਦਾ, ਫਕੀਰੋ ਤੁਸੀਂ ਕੌਣ ਹੋ? ਗੁਰੂ ਸਾਹਿਬ ਮਦੀਨੇ ਤੋਂ ਬਾਹਰ ਆ ਕੇ ਇਸ ਧਰਤੀ ਤੇ ਬੈਠ ਗਏ। ਜਾਣੀਏ ਮਦੀਨਾ ਮਰਦਾਨੇ ਅਬ ਦੇਖਿਆਓ, ਦੇਖਵੇਗੀ ਚਾਹੇ ਜਾਂ ਕੋਰ ਦਲ ਚਾਨਿਆ। ਗੁਰੂ ਬਾਬਾ ਜੀ ਬਾਹਰ ਬੈਠ ਕੇ ਕਹਿੰਦੇ ਮਰਦਾਨਿਆ ਤੇਰੇ ਮਨ ਵਿੱਚ ਚਾਹਤ ਸੀ ਮਦੀਨਾ ਵੇਖਣ ਦੀ, ਭਾਈ ਅਸੀਂ ਬੈਠੇ ਆ ਜਾਂ ਵੇਖਿਆ? ਤਸੱਲੀ ਨਾਲ ਦੇਖੀ ਹੈ ਕਿ ਮੈਂ ਮੱਕਾ ਵੇਖ ਕੇ ਆਇਆ, ਕਾਬਾ। ਗੁਰੂ ਪਾਤਸ਼ਾਹ ਕਹਿੰਦੇ ਉਡੀਕਾਂਗੇ, ਤੈਨੂੰ ਨਾਲ ਲੈ ਕੇ ਜਾਵਾਂਗੇ। ਇੱਥੇ ਬੈਠੇ ਭਾਈ ਮਰਦਾਨੇ ਦਾ ਕੱਲਿਆਂ ਜਾਣ ਨੂੰ ਜੀ ਨਹੀਂ ਕਰਦਾ। ਸੋਚਦਾ ਵੀ ਐਡੇ ਮੁਸਲਮਾਨਾਂ ਦੀ ਭੀੜ ਹੈ, ਪੜ੍ਹਿਆ ਲਿਖਿਆ ਇੱਕ ਤੋਂ ਇੱਕ ਤੁਰਿਆ ਫਿਰਦਾ ਹੈ, ਮਾਤੜ ਧਮਾਤੜ ਬੰਦੇ ਨੂੰ ਕੋਈ ਨੇੜੇ ਨਹੀਂ ਆਉਣ ਦਿੰਦਾ ਹੁੰਦਾ। ਬਗਾਨਾ ਦੇਸ਼ ਹੈ, ਬਗਾਨੀ ਬੋਲੀ ਹੈ, ਹੋਰੇ ਤਰ੍ਹਾਂ ਦੇ ਲੋਕ ਹਨ ਇੱਥੋਂ ਦੇ। ਰੇਤੇ ਵਿੱਚ ਰਹਿ ਕੇ ਆਪ ਵੀ ਖੁਸ਼ਕ ਨੇ। ਸੁਭਾਅ ਨਾ ਧਰਤੀ ਤੇ ਡਿਪੈਂਡ ਕਰਦਾ ਹੈ। ਪੰਜਾਬ ਦੀ ਧਰਤੀ ਤੇ ਰਹਿਣ ਵਾਲਿਆਂ ਦੇ ਖੁੱਲੇ ਸੁਭਾਅ ਨੇ। ਇੰਡੀਆ ਦੇ ਲੋਕ ਥੋੜਾ ਮਹਾਨ ਨੇ। ਇੰਡੀਆ ਦੇ ਵਿੱਚ ਦਿੱਲੀ ਵਾਲਿਆਂ ਨੂੰ ਵੇਖ ਲਓ, ਦੱਖਣ ਵਾਲਿਆਂ ਨੂੰ ਵੇਖ ਲਓ, ਜਾ ਕੇ ਸਾਊਥ ਜਾ ਕੇ ਵੇਖੋ ਕਿੱਦਾਂ ਦੇ ਲੋਕ ਨੇ। ਆ ਪੱਛਮ ਵਾਲੇ ਪਾਸੇ ਚਲੇ ਜਾਓ, ਕਿਹੋ ਜਿਹੇ ਲੋਕ ਨੇ। ਰਾਜਸਥਾਨ ਵਾਲੇ ਪਾਸੇ ਚਲੇ ਜਾਓ, ਹੋਰੇ ਹਿਸਾਬ ਦਾ ਹਿਸਾਬ ਹੈ। ਮਤਲਬ ਸੁਭਾਅ ਉਹਨਾਂ ਦੇ ਉਸ ਧਰਤੀ ਦੇ ਮੁਤਾਬਕ ਨੇ। ਹੁਣ ਜਿਹੜੇ ਰੇਗਿਸਤਾਨ 'ਚ ਰਹਿੰਦੇ ਆ ਜਾਂ ਅਰਬ 'ਚ ਰਹਿੰਦੇ ਆ, ਉਹਨਾਂ ਦੇ ਸੁਭਾਅ ਉਸੇ ਤਰ੍ਹਾਂ ਦੇ ਆ। ਅੱਜ ਵੀ ਸਾਡੇ ਲੋਕ ਵਿਦੇਸ਼ਾਂ 'ਚ ਜਾਂਦੇ ਆ, ਉੱਥੋਂ ਦੇ ਜਾ ਕੇ ਢਲ ਜਾਂਦੇ ਆ ਸਿਸਟਮ 'ਚ। ਚੰਗਾ ਲੱਗਦਾ ਉਹਨਾਂ ਨੂੰ, ਕਿਉਂਕਿ ਉੱਥੋਂ ਦਾ ਵਾਤਾਵਰਨ, ਪੌਣ ਪਾਣੀ, ਹਵਾ ਸਭ ਕੁਝ ਉਹੋ ਜਿਹਾ ਹੀ ਹੈ। ਤੇ ਮੈਂ ਕਹਿੰਦਾ ਇਹ ਸਾਡੇ ਇੱਥੇ ਆ ਕੇ ਤੇ ਗੋਰੇ ਵੀ ਕਰਪਟ ਹੋ ਜਾਂਦੇ ਆ। ਸਤਨਾਮ, ਉਹ ਵੀ ਠੱਗੀਆਂ ਠੋਰੀਆਂ ਤੇ ਲੱਗ ਜਾਂਦੇ। ਕਹਿੰਦੇ ਲੈਬੋਰੇਟਰੀ ਸਕੂਲ ਖੋਲ ਲੈਂਦੇ ਆ, ਪੈਸੇ ਬਹੁਤ ਨੇ ਇੱਥੇ, ਕਨਵੈਂਟ ਖੋਲਾਂਗੇ। ਜਦੋਂ ਸਾਡੇ ਧਰਤੀ ਦਾ ਪਾਣੀ ਪੀ ਲੈਂਦੇ, ਇੱਥੇ ਆ ਕੇ ਰਹਿੰਦੇ ਆ, ਸਾਡੇ ਲੋਕਾਂ 'ਚ ਰਹਿਣ ਲੱਗ ਜਾਂਦੇ, ਉਹਨਾਂ ਨੂੰ ਵੀ ਹਿਸਾਬ ਆ ਜਾਂਦਾ। ਕਹਿੰਦੇ ਇੱਥੇ ਤੇ ਪੈਸੇ ਕਮਾਉਣ ਦਾ ਹਿਸਾਬ ਹੀ ਬੜਾ ਵਧੀਆ, ਕੰਮ ਘੱਟ ਟਾਂਕਾ ਜ਼ਿਆਦੇ। ਹੁਣ ਉੱਥੋਂ ਦੇ ਲੋਕ ਇਦਾਂ ਦੇ ਕਿਉਂ ਨੇ? ਕਿਉਂਕਿ ਅਰਬ ਦੇ ਵਿੱਚ ਰੇਤਾ ਬੜਾ, ਉੱਥੋਂ ਦਾ ਪੌਣ ਪਾਣੀ, ਖਾਣਾ ਪੀਣਾ, ਗਰਮ ਖਜੂਰਾ ਖਾਂਦੇ ਆ, ਉਹੋ ਜਿਹਾ ਸੁਭਾਅ ਉਹਨਾਂ ਦਾ ਗਰਮੀ ਵਾਲਾ। ਉਹ ਜਿਹਨੂੰ ਬੋਲਦੇ ਆ ਅੜਕ ਬੋਲੀ 'ਚ ਬੋਲਦੇ ਆ, ਕੜਵਾ ਜਿਹਾ ਬੋਲਦੇ ਆ, ਮਿਠਾਸ ਨਹੀਂ ਆਉਂਦਾ, ਆਕੜ ਬੜੀ ਹੈ। ਕਹਿੰਦੇ ਉਹ ਇਸਲਾਮ ਦੇ ਲੋਕ ਕੱਟੜ ਬੜੇ ਆ ਜੀ, ਕਿਸੇ ਨਾਲ ਮੁਹੱਬਤ ਹੀ ਨਹੀਂ ਕਰਦੇ, ਅੱਲਾ ਨਾਲ ਕਿੱਥੋਂ ਕਰਨਗੇ। ਸਾਹਿਬ ਕਹਿੰਦੇ ਜਾਇਆ ਮਰਦਾਨਿਆ, ਕਹਿੰਦਾ ਨਹੀਂ ਬਾਬਾ ਜੀ ਕੱਲਿਆਂ ਦਾ ਚਿੱਤ ਨਹੀਂ ਕਰਦਾ। ਦੇਹੇਂਗੇ ਹਟਾਏ ਕੈਸੋ ਦੇਖੋ ਥਾਨ ਜਾਏ ਪ੍ਰਭ, ਸੁਣ ਮੁਸਕਾਨੇ ਮੁਖ ਬਚਨ ਬਖਾਨੇ। ਭਾਈ ਮਰਦਾਨਾ ਫੇਰ ਜਿੱਦ ਕਰਦੇ, ਕਹਿੰਦੇ ਬਾਬਾ ਕੀ ਕਰਨ ਜਾਣਾ, ਐਵੇਂ ਮੋੜ ਦੇਣਗੇ ਦਰਵਾਜ਼ੇ, ਤੂੰ ਅੱਗੇ ਵੀ ਮੋੜਿਆ ਸੀ ਮਜੌਰਾਂ ਨੇ। ਕਹਿੰਦੇ ਤੂੰ ਜਾ ਹੀ ਨਹੀਂ ਸਕਦਾ। ਬਾਬਾ ਸਵਾਲ ਜਵਾਬ ਕਰਨ ਨਾਲੋਂ ਆਪਣੀ ਇੱਜ਼ਤ ਆਪਣੇ ਹੱਥ ਹੈ, ਮੁੜ ਕੇ ਹੀ ਆਉਣਾ ਉਹ ਤੇ ਮੈਨੂੰ ਪਤਾ ਹੈ।
ਅਗਲਿਆਂ ਅੰਦਰ ਵੜਨ ਨਹੀਂ ਦੇਣਾ, ਲਾਈਨਾਂ 'ਚ ਖੜਨਾ ਪੈਣਾ ਹੈ। ਮੈਂ ਕਹਿੰਦਾ ਜੇ ਤੁਸੀਂ ਨਾਲ ਚੱਲੋ ਤੇ ਸਾਹਿਬ ਜੀ ਪੁੱਛਦਾ ਹੀ ਕੋਈ ਨਹੀਂ, ਆਪ ਚੱਲੋ ਨਾਲ। ਮੈਨੂੰ ਤੁਹਾਡੇ ਹੁੰਦਿਆਂ ਸਹਾਰਾ ਬੜਾ, ਹੌਸਲਾ ਬੜਾ ਹੈ, ਮਾਣ ਜਿਹਾ ਰਹਿੰਦਾ ਏ ਵੀ ਤੁਸੀਂ ਨਾਲ ਹੋਵੋ ਤੇ ਮੈਨੂੰ ਜੱਗ ਦੀ ਪਰਵਾਹ ਹੀ ਨਹੀਂ ਹੁੰਦੀ, ਡਰ ਹੀ ਨਹੀਂ ਹੁੰਦਾ। ਸੱਜਣ ਦਾ ਭਾਵ ਕੀ ਹੁੰਦਾ ਹੈ? ਸੱਜਣ ਦਾ ਅਰਥ ਗੁਰਬਾਣੀ ਇਹੀ ਕਰਦੀ ਹੈ, ਜਿਹਦੇ ਨਾਲ ਹੁੰਦਿਆਂ ਵਕਤ ਦਾ ਤੇ ਦੁੱਖ ਦਾ ਪਤਾ ਹੀ ਨਾ ਲੱਗੇ, ਉਹਨੂੰ ਕਿਹਾ ਜਾਂਦਾ ਸੱਜਣ। ਗੁਰੂ ਨਾਨਕ ਸਾਹਿਬ ਵਰਗਾ ਸੱਜਣ ਕੌਣ ਹੈ? ਜਿਹਦੇ ਹੁੰਦਿਆਂ ਦਿਨ ਦਾ ਪਤਾ ਨਹੀਂ ਲੱਗਦਾ, ਰਾਤ ਦਾ ਪਤਾ ਨਹੀਂ ਲੱਗਦਾ, ਸਮੇਂ ਦਾ ਪਤਾ ਨਹੀਂ ਲੱਗਦਾ, ਤੇ ਦੁਨੀਆ ਦੀ ਪਰਵਾਹ ਹੀ ਕੋਈ ਨਹੀਂ ਕਿੱਥੇ ਹੈ। ਗੁਰੂ ਬਾਬਾ ਜੀ ਕਹਿੰਦੇ ਚੰਗਾ ਮਰਦਾਨਿਆ, ਜੇ ਜ਼ਿਆਦਾ ਕਰਦਾ ਭਾਈ ਫਿਰ ਜਾਣਾ ਹੀ ਪੈਣਾ ਹੈ। ਪ੍ਰੇਮ ਕਿੰਨਾ ਕਰਦੇ ਆ ਸਾਹਿਬ, ਕਿਸੇ ਗੱਲ ਨੂੰ ਕਦੇ ਵੀ ਮੋੜਦੇ ਨਹੀਂ। ਨੈਣ ਇਹ ਬੰਦ ਨਹੀਂ ਤੁਰਕ ਸਰੂਪ ਤੇਰੋ, ਬਰਜੇ ਨ ਕੋ ਬਿਨ ਸ਼ੰਕ ਹੈ ਪਿਆਨਿਆ। ਭਾਈ ਬਾਲਾ ਜੀ ਕਹਿੰਦੇ ਮੈਂ ਆਖਿਆ ਮਰਦਾਨਿਆ ਤੂੰ ਦੇਖਣ ਨੂੰ ਮੁਸਲਮਾਨ ਜਿਹਾ ਹੀ ਲੱਗਦਾ ਹੈ, ਇੱਥੇ ਕਿਹੜਾ ਕਿਸੇ ਨੇ ਪੱਟੀ ਬੰਨਣੀ ਆ, ਜਾ ਤੈਨੂੰ ਪੁੱਛਣਾ, ਜਾ ਰੋਕਣਾ। ਜੇ ਤੂੰ ਕੱਲਾ ਜਾਏ ਆਪਣੀ ਸ਼ਰਧਾ ਨਾਲ ਬੈਠੀ ਮੌਜ ਨਾਲ, ਫੇਰ ਤੂੰ ਸਾਨੂੰ ਕਹੇਂਗਾ ਇੱਥੋਂ ਉੱਠਦੇ ਨਹੀਂ, ਇਹਨਾਂ ਨੂੰ ਭੁੱਖ ਨਹੀਂ ਲੱਗਦੀ, ਇਹ ਪਾਣੀ ਨਹੀਂ ਪੀਂਦੇ। ਅਸੀਂ ਕਹਿੰਦੇ ਆ ਵੀ ਆਪਾਂ ਤੇ ਬੈਠੇ ਆ, ਭਾਵੇਂ 2 ਦਿਨ ਨਾ ਆਈ, 4 ਦਿਨ ਨਾ ਆਈ, 4 ਘੰਟੇ ਨਾ ਆਈ, ਤੈਨੂੰ ਰੋਕਣਾ ਟੋਕਣਾ ਕਿਸੇ ਨੇ ਨਹੀਂ। ਐਨ ਮੌਜ ਨਾਲ ਸਾਰਾ ਹਰਮ ਘੁੰਮ ਕੇ ਆ, ਅੰਦਰ ਕੀ ਕੁਝ ਹੈ ਜਾਣਨ ਵਾਸਤੇ ਆਇਆ, ਇਨਫੋਰਮੇਸ਼ਨ ਵਾਸਤੇ। ਉਹ ਕਿਹੜਾ ਸਜਦਾ ਕਰਨਾ ਇਹਨੇ ਭਾਈ ਮਰਦਾਨਾ। ਕਹਿੰਦੇ ਗੱਲ ਤੇ ਠੀਕ ਹੈ, ਪਰ ਮੇਰਾ ਚਿੱਤ ਨਹੀਂ ਕਰਦਾ, ਮੈਂ ਅੰਦਰ ਇਕੱਲਾ ਜਾਵਾਂ। ਬਿਤ ਤੁਰਕ ਅਜਿਹੇ ਭੱਠ ਪਾਏ, ਹੋਨੇ ਸਾਥੀ ਤਿੰਨ ਤੁਮਰੇ ਚਰਨ ਕੀ ਸ਼ਰਨ ਗਹਿਲੀਨੀ ਹੈ। ਭਾਈ ਮਰਦਾਨਾ ਕਹਿੰਦਾ ਬਾਬਾ ਜੇ ਤੁਸੀਂ ਨਹੀਂ ਜਾਣਾ ਫਿਰ ਜਾਣਾ ਅਸਾਂ ਵੀ ਨਹੀਂ। ਭੱਠ ਪੈਣ ਤੁਰਕੜੇ, ਇਹ ਸਿੱਧੇ ਮੂੰਹ ਤੇ ਕਿਸੇ ਨਾਲ ਬੋਲਦੇ ਨਹੀਂ, ਖਾਣ ਨੂੰ ਇਹ ਪੈਂਦੇ ਆਕੜ ਦੇ ਭਰੇ ਹੋਏ ਆ। ਇਹਨਾਂ ਦੇ ਮੱਥੇ ਲੱਗਣ ਨਾਲੋਂ ਜੇ ਮੈਂ ਮਦੀਨੇ ਨਾ ਜਾਵਾਂ ਤੇ ਚੰਗਾ ਨਹੀਂ। ਬਾਬਾ ਤੁਸਾਂ ਦੇ ਨਾਲ ਇਹ ਠੀਕ ਰਹਿੰਦੇ ਨੇ, ਆਖੋ ਸਤਿਨਾਮ। ਮਤਲਬ ਇਹ ਤੁਹਾਡੇ ਤੋਂ ਡਰਦੇ ਆ, ਤੁਹਾਡਾ ਪਾਣੀ ਭਰਦੇ ਆ, ਤੁਹਾਨੂੰ ਕੁਝ ਨਹੀਂ ਕਹਿੰਦੇ। ਮੇਰੇ ਵਰਗੇ ਮਾਸੂਮ ਜੇ ਬੰਦੇ ਨੂੰ ਦੱਬ ਲੈਂਦੇ ਆ ਇਹ, ਕਿਉਂਕਿ ਹਰ ਵੱਡਾ ਬੰਦਾ ਛੋਟੇ ਬੰਦੇ ਦਾ ਸ਼ੋਸ਼ਣ ਕਰਦਾ ਹੈ, ਡਰਾਉਂਦਾ ਹੈ, ਭਾਵੇਂ ਰਾਜਨੇਤਾ ਹੈ ਭਾਵੇਂ ਧਾਰਮਿਕ ਹਸਤੀ ਹੈ। ਆਪ ਤੋਂ ਗਰੀਬ ਤੇ ਆਪ ਤੋਂ ਛੋਟੇ ਤੇ ਹਰ ਬੰਦਾ ਬਲ ਪ੍ਰਯੋਗ ਕਰਦਾ ਹੈ, ਮੈਂਟਲੀ ਹਰਾਸ ਕਰਦਾ ਹੈ। ਗੁਰੂ ਨਾਨਕ ਸਾਹਿਬ ਨੂੰ ਕੋਰਾ ਹੀ ਜਵਾਬ ਦੇਤਾ, ਕਹਿੰਦੇ ਬਾਬਾ ਜੇ ਤੁਸੀਂ ਨਹੀਂ ਜਾਂਦੇ ਜਾਣਾ ਆਪਾਂ ਨੇ ਵੀ ਨਹੀਂ, ਚੱਲੋ ਫਿਰ ਚੱਲਦੇ ਆ। ਮਰਦ ਹੱਸ ਕੇ ਕਹਿੰਦੇ ਉਹ 12 ਦਿਨ ਪੈਦਲ ਤੋਰ ਕੇ ਕਹਿੰਦਾ ਹੁਣ ਜਾਣਾ ਹੀ ਨਹੀਂ। ਅੰਦਰੋਂ ਤੇ ਚਿੱਤ ਭਾਈ ਮਰਦਾਨੇ ਦਾ ਕਰਦਾ ਵੀ ਉਹ ਵੇਖਣਾ ਹੀ ਹੈ, ਇਹ ਤੇ ਕਿੰਨਾ ਖਰਾ ਜਾਈ ਹੁੰਦਾ ਹੈ ਉਤੋਂ ਵੀ ਮੇਰਾ ਕਿਹੜਾ ਬਦਨ ਮੋੜਨਾ ਹੈ। ਕਹਿੰਦੇ ਬਾਬਾ ਭੱਠ ਪੈਣ ਤੁਰਕੜੇ, ਅੱਗ ਲੱਗੇ ਇਹਨਾਂ ਨੂੰ, ਮੈਂ ਇਹਨਾਂ ਤੋਂ ਕੀ ਲੈਣਾ ਏ। ਸ੍ਰੀ ਗੁਰੂ ਬਖਾਨੀ ਜੋ ਤੈ ਐਸੋ ਡਿਡ ਜਾਨੀ ਮਨ, ਮੱਕੇ ਕੋ ਪਿਖਨ ਚਾਹੇ ਇਤੀ ਕੈਸੇ ਕੀਨੀ ਹੈ। ਸਾਹਿਬ ਕਹਿੰਦੇ ਚੰਗਾ ਮਰਦਾਨਿਆ ਭਾਈ ਜੇ ਤੂੰ ਹੱਠ ਕਰਦਾ ਜਿੱਦ ਕਰਦਾ ਤੇਰੇ ਅੱਗੇ ਸਾਨੂੰ ਝੁਕਣਾ ਪੈਣਾ। ਜੇ ਮੱਕਾ ਵੇਖ ਕੇ ਆਇਆ ਤੇ ਵੇਖਣਾ ਮਦੀਨਾ ਵੀ ਚਾਹੀਦਾ। ਹੁਣ ਤੁਸੀਂ ਕਿਸੇ ਇਲਾਕੇ 'ਚ ਟੂਰ ਲੈ ਕੇ ਗਏ ਹੋ, ਫੇਮਸ ਜਗ੍ਹਾਵਾਂ ਛੱਡ ਕੇ ਆ ਜਾਓ ਤੇ ਪਛਤਾਵਾ ਨਹੀਂ ਰਹਿੰਦਾ ਵੀ ਫਲਾਣੀ ਥਾਂ ਤੇ ਟੂਰ ਤੇ ਗਏ, ਨਾਲ ਵਾਲੀ ਕੰਟਰੀ ਨਹੀਂ ਗਏ, ਉਹ ਵਾਲੇ ਦੇਸ਼ ਨਹੀਂ ਗਏ, ਉਹ ਵਾਲੀ ਥਾਂ ਤੇ ਨਹੀਂ ਗਏ, ਉਸ ਸਪੌਟ ਤੇ ਨਹੀਂ ਗਏ ਅਸੀਂ। ਪਛਤਾਵਾ ਜਿਹਾ ਰਹਿੰਦਾ ਵੀ ਗਿਆ ਨਾ ਗਿਆ ਇੱਕ ਬਰਾਬਰ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਜੇ ਮੱਕੇ ਲੈ ਆਏ ਭਾਈ ਫਿਰ ਮਦੀਨੇ ਵੀ ਲੈ ਜਾਵਾਂਗੇ। ਆਈ ਤੇ ਗਏ, ਨਾ ਗਏ ਤੇਰੇ ਉਲਾਂਬੇ ਝੱਲਣੇ ਪੈਣੇ ਨੇ। ਪੂਜਨ ਨ ਆਇਓ ਹੂੰ ਤੇ ਦੇਖਣ ਕੋ ਕਾਜ ਮੇਰੋ, ਤੁਰਕ ਤਾਰੀਫ ਕਰ ਜਾਨੀ ਮਤ ਹੀਨੀ ਹੈ। ਇੰਨੇ ਵਜਨ ਕਹੇ ਕਿ ਸਾਹਿਬ ਜੀ ਉੱਠ ਪਏ। ਭਾਈ ਮਰਦਾਨਾ ਕਹਿੰਦੇ ਬਾਬਾ ਮੈਂ ਕਿਹੜਾ ਪੂਜਾ ਕਰਨ ਆਇਆ, ਮੈਂ ਤੇ ਇਹਨਾਂ ਦੇ ਪਖੰਡ ਜੇ ਉਹ ਕਾਬੇ 'ਚ ਵੀ ਵੇਖ ਲਏ ਇੱਥੇ ਵੇਖਣਾ ਵੀ ਹੈ ਕੁਛ ਹੈ। ਕਿਉਂਕਿ ਸਾਰੇ ਲੋਕ ਕਹੀ ਜਾਂਦੇ ਆ ਮਦੀਨੇ ਜਾ ਕੇ ਆਓ, ਮਦੀਨਾ ਵੇਖ ਕੇ ਆਓ। ਵੇਖ ਲੈਣਾ ਚਾਹੀਦਾ, ਦੇਖ ਲੈਣਾ ਚਾਹੀਦਾ ਹੈ। ਹੁਣ ਸਾਨੂੰ ਤੁਹਾਨੂੰ ਕੋਈ ਕਹੇ ਓਏ ਤੂੰ ਤਾਜ ਮਹਿਲ ਨਹੀਂ ਵੇਖਿਆ, ਬੰਦਾ ਨਾ ਜਿਹੜਾ ਨਹੀਂ ਗਿਆ ਕੋਲ ਬੈਠਾ ਇਨਸਲਟ ਜੀ ਫੀਲ ਕਰਦਾ ਵੀ ਆਹ ਤੇ ਯਾਰ ਆਗ ਰਹਿ ਗਿਆ ਕਿਉਂ ਨਹੀਂ। ਤੇ ਜਿਹਨੇ ਵੇਖਿਆ ਹੁੰਦਾ ਕਹਿੰਦਾ ਕੱਖ ਨਹੀਂ ਆ ਉੱਥੇ, ਕਿਉਂ ਰੌਲਾ ਪਾਇਆ, ਕੀ ਆ ਉੱਥੇ। ਤੇ ਫਿਰ ਫੁਗਰੀ ਜੀ ਮਾਰਨ ਵਾਲਾ ਵੀ ਡਿੱਗ ਜਾਂਦਾ ਵੀ ਹਾਂ ਗੱਲ ਤੇ ਐਵੇਂ ਛੱਡੀ ਜਾਂਦਾ ਸੀ। ਹੁਣ ਭਾਈ ਮਰਦਾਨਾ ਕਹਿੰਦਾ ਬਾਬਾ ਜੀ ਆਪਾਂ ਨਾ ਗਏ, ਲੋਕਾਂ ਤਾਨੇ ਮਾਰਨੇ ਲੈ ਮੱਕੇ ਘੁੰਮ ਆਏ, ਮਦੀਨਾ ਨਹੀਂ ਵੇਖਿਆ ਤੁਸੀਂ।
ਆ ਦੁਨੀਆ ਦਾ ਹਿਸਾਬ ਕਿਤਾਬ ਇਦਾਂ ਦਾ ਹੀ ਹੈ, ਜਿੱਥੇ ਬੰਦਾ ਜਾ ਆਵੇ ਗੱਲ ਵਧਾ ਚੜਾ ਕੇ ਕਰਦਾ ਹੁੰਦਾ। ਕਾਦੇ ਲਈ? ਵੀ ਆ ਕਿਹੜਾ ਗਿਆ ਹੈ। ਇੱਥੇ ਸਾਡੇ 'ਚ ਕੋਈ ਵਿਦੇਸ਼ ਜਾ ਕੇ ਆਇਆ ਹੋਵੇ, ਕਿਦਾ ਧੀ ਪੁੱਤ ਗਿਆ ਹੋਵੇ, ਇਹਨਾਂ ਨੇ ਬਾਰ-ਬਾਰ ਉਸੇ ਦੀ ਗੱਲ ਸੁਣਾਉਣੀ ਵੀ ਇਹ ਕਿਹੜਾ ਗਿਆ ਹੋਵੇ। ਤੇ ਜੇ ਪਤਾ ਲੱਗੇ ਵੀ ਇਹਨਾਂ ਦਾ ਅੱਧਾ ਪਰਿਵਾਰ ਸੈਟਲ ਹੈ, ਫਿਰ ਸ਼ਰਮਿੰਦਾ ਜਾ ਹੋ ਜਾਂਦਾ ਬਾਅਦ 'ਚ। ਵੀ ਲੈ ਮੈਂ ਐਵੇਂ ਛੋਛੇਬਾਜ਼ੀਆਂ ਛੱਡਦਾ ਫਿਰਦਾ ਸੀ, ਤਾਂ ਸਾਰਾ ਟੱਬਰ ਉੱਥੇ। ਇਹ ਚੀਜ਼ ਹੈ, ਕੁਛ ਵੀ ਨਹੀਂ। ਇੱਕ ਹਉਮੈ ਹੈ, ਜਿਹਨੂੰ ਪੱਠੇ ਪੈ ਕੇ ਠੀਕ ਹੈ, ਨਹੀਂ ਪਏ ਬੰਦਾ ਆਪ ਪਾਉਣ ਦੀ ਕੋਸ਼ਿਸ਼ ਕਰਦਾ। ਭਾਈ ਮਰਦਾਨਾ ਕਹਿੰਦੇ ਬਾਬਾ ਲੋਕੀ ਤਾਨੇ ਮਾਰਨਗੇ ਵੀ ਤੁਸੀਂ ਮਦੀਨਾ ਨਹੀਂ ਵੇਖਿਆ, ਨਾਲੇ ਆਪਾਂ ਕਿਹੜਾ ਮੱਥਾ ਟੇਕਣਾ ਇੱਥੇ, ਪਾਜ ਹੀ ਵੇਖਣਾ ਇਹਨਾਂ ਦਾ ਵੀ ਉੱਥੇ ਕੀ ਕੁਝ ਕਰਦੇ। ਪਤਾ ਲੱਗ ਗਿਆ ਵੀ ਆਹ ਕਹਿੰਦੇ ਆ ਇੱਥੇ ਮਸਜਿਦ ਬਣੀ ਆ, ਆਹ ਬਣਿਆ, ਮਕਬਰਾ ਬਣਿਆ, ਆ ਵੀ ਤੇ ਵੇਖ ਲਈਏ। ਗੁਰੂ ਸਾਹਿਬ ਕਹਿੰਦੇ ਗੱਲ ਤੇਰੀ ਠੀਕ ਹੈ ਮਰਦਾਨੇ, ਚੱਲ ਭਾਈ ਆਪਾਂ ਵੀ ਵੇਖ ਆਈਏ। ਐਸੀ ਕੇ ਗਇਓ ਜਾਏ ਦੇਖਤ ਸੋ ਭਿਓ ਗੋਰ, ਕੂਰ ਕਰ ਉਸਤਤ ਜਿਦੇ ਮਾਹੀ ਚੀਨੀ ਹੈ। ਗੁਰੂ ਸਾਹਿਬ ਕਹਿੰਦੇ ਭਾਈ ਇੱਥੇ ਹੈ ਤੇ ਕੁਛ ਨਹੀਂ, ਮੁਹੰਮਦ ਸਾਹਿਬ ਦੀ ਇੱਕ ਕਬਰ ਬਣੀ ਹੋਈ ਹੈ ਗੌਰ। ਪਰ ਚਲੋ ਅਲੱਗ ਗੱਲ ਹੈ, ਜੇ ਕਬਰ ਬਣੀ ਜੇ ਵੇਖੀ ਤੇ ਗੱਲ ਹੋਰ ਵੱਡੀ ਨਹੀਂ। ਬੜਾ ਕੁਝ ਹੈ ਦੁਨੀਆ 'ਚ, ਤੁਹਾਡੇ ਸ਼ਹਿਰ ਦੇ ਨੇੜੇ ਤੇੜੇ ਕਿੰਨਾ ਕੁਝ ਹੁੰਦਾ ਹੈ। ਹੁਣ ਆ ਚਲੋ ਦੂਰ ਦੀ ਗੱਲ ਛੱਡੋ, ਚੱਪੜ ਚਿੜੀ ਦਾ ਮੈਦਾਨ ਹੈ, ਕਿੰਨੀ ਕੁ ਦੂਰ ਆਪਣੇ 7 ਕਿਲੋਮੀਟਰ ਵੱਧ ਤੋਂ ਵੱਧ 8 ਹੋਊਗਾ। ਜਿਨ੍ਹਾਂ ਨੇ ਵੇਖਿਆ ਉਹ ਕਹਿੰਦੇ ਹਾਂ ਯਾਰ ਵੇਖਿਆ। ਬੜੇ ਬਜ਼ੁਰਗ ਹੋ ਗਏ, ਕਹਿੰਦੇ ਯਾਰ ਇਹ ਨਹੀਂ ਪਤਾ ਵੀ ਜਾਂਦਾ ਰਾਹ ਕਿਹੜਾ ਹੈ, ਕਦੇ ਗਏ ਨਹੀਂ। ਹੁਣ ਬੜੇ ਚੱਪੜ ਚਿੜੀ ਜਾ ਕੇ ਆਏ ਲੈ, ਮੈਂ ਕਹਿੰਦਾ ਭਾਈ ਉੱਥੇ ਉਹ ਦਰਖਤ ਵੀ ਲੱਗਿਆ ਜੰਡ ਦਾ, ਜਿਹਦੇ ਨਾਲ ਖਾਨ ਵਜ਼ੀਦੇ ਨੂੰ ਬੰਨਿਆ ਗਿਆ। ਹੁਣ ਜਿਹੜੇ ਜਾ ਕੇ ਆਏ ਉਹਨਾਂ ਨੂੰ ਹੁਣ ਲੈ ਅਸੀਂ ਤੇ ਵੇਖਿਆ ਹੀ ਨਹੀਂ, ਆਖੋ ਸਤਨਾਮ। ਸਾਰੀ ਉਮਰ ਹੋ ਗਈ ਮਹਾਲੀ ਰਹਿੰਦੇ ਨਾ, ਸਾਨੂੰ ਤੇ ਕਿਸੇ ਨੇ ਦੱਸਿਆ ਨਹੀਂ। ਗੁਰਦੁਆਰਾ ਵੀ ਵੇਖਿਆ, ਬੁੱਤ ਜੇ ਲੱਗੇ ਉਹ ਵੀ ਵੇਖ ਲਏ, ਦਰਖਤ ਕਿੱਥੇ। ਫੀਲ ਆ ਗਿਆ ਨਾ ਵੀ ਸਾਡਾ ਤੇ ਜਾਣਾ ਕਿਸੇ ਕੰਮ ਦਾ ਹੀ ਨਹੀਂ ਹੈਗਾ, ਗਏ ਵੀ ਤੇ ਪਤਾ ਵੀ ਕੁਛ ਦੁਬਾਰਾ ਜਾਵਾਂਗੇ, ਇਹ ਹੋ ਜਾਂਦਾ ਹੈ। ਸਾਹਿਬ ਕਹਿੰਦੇ ਬਣੀ ਤੇ ਕਬਰ ਹੀ ਹੈ, ਪਰ ਮਰਦਾਨਿਆਂ ਜੇ ਤੂੰ ਨਾ ਵੇਖੀ ਤੈਨੂੰ ਵੀ ਹੋਣਾ ਹੋਊਗਾ ਜਾ ਵੀ ਮੈਂ ਵੇਖੀ ਨਹੀਂ। ਗੁਰੂ ਸਾਹਿਬ ਕਹਿੰਦੇ ਕਬਰ ਨੂੰ ਹੀ ਮੱਥੇ ਟੇਕੀ ਜਾਂਦੇ ਆ, ਕਹਿੰਦੇ ਕਬਰਾਂ ਨੂੰ ਮੰਨਣਾ ਨਹੀਂ, ਪੂਜਣਾ ਨਹੀਂ। ਇੰਨੇ ਵਚਨ ਕਹਿ ਕੇ ਸਤਿਗੁਰ ਗਏ, ਮੁੱਖ ਦਰਵਾਜ਼ੇ ਤੋਂ ਪ੍ਰਵੇਸ਼ ਨਹੀਂ ਹੋਏ, ਜਿੱਥੋਂ ਦੁਨੀਆ ਬਾਹਰ ਨਿਕਲਦੀ ਸੀ ਐਗਜ਼ਿਟ, ਉਸ ਪਾਸੇ ਤੋਂ ਗੁਰੂ ਬਾਬਾ ਜੀ ਪ੍ਰਵੇਸ਼ ਹੋਣ ਲੱਗੇ ਨੇ। ਦੋਹਰ ਬੋਹਰ ਸ੍ਰੀ ਗੁਰ ਆਪੇ ਉਠ, ਪਹਿਰੀ ਪੈਰ ਖੜਾਮ, ਚਾਰ ਦਵਾਲੀ ਅੰਤਰੇ ਗਏ ਗੁਰ ਜੀ ਥਾਮ। ਹੁਣ ਜਿੱਥੇ ਚਾਰ ਦੀਵਾਰੀ ਦੇ ਅੰਦਰ ਉਹ ਕਬਰ ਦਾ ਥਾਂ ਬਣਿਆ ਸੀ ਮੁਹੰਮਦ ਸਾਹਿਬ, ਜਿੱਥੇ ਸਰੀਰ ਤਿਆਗਿਆ ਉਹਨਾਂ ਨੇ, ਗੁਰੂ ਸਾਹਿਬ ਨਾ ਸਮੇਤ ਖੜਾਵਾਂ ਦੇ ਤੁਰ ਪਏ। ਹੁਣ ਖੜਾਮ ਹੁੰਦੀ ਆ ਸੁੱਚੀ। ਸੁੱਚੀ ਕਿਉਂ ਹੈ? ਨਹਾਉਣ ਵਾਲੇ ਪਾਸੇ, ਵਾਸ਼ਰੂਮ ਵਾਲੇ ਪਾਸੇ, ਜਿਹੜੀ ਇਹ ਚੀਜ਼ਾਂ ਕਦੇ ਵੀ ਨਹੀਂ ਜਾਂਦੀਆਂ। ਲੱਕੜ ਨੂੰ ਹਮੇਸ਼ਾ ਸੁੱਚੇ ਮੰਨਿਆ ਜਾਂਦਾ ਹੈ। ਹੁਣ ਕਈਆਂ ਨੇ ਤੇ ਆ ਕੰਮ ਵੀ ਸ਼ੁਰੂ ਕਰ ਲਿਆ ਅੱਜ ਕੱਲ੍ਹ। ਪਤਾ ਕੀ ਗੱਲ ਹੈ, ਨਗਰ ਕੀਰਤਨ ਚੱਲਦੇ ਹੋਣਗੇ, ਕਹਿਣਾ ਨਹੀਂ ਚਾਹੀਦਾ ਪਰ ਸੱਚ ਹੈ। 5 ਪਿਆਰੇ ਗੁਰੂ ਦਾ ਰੂਪ ਨੇ, ਜਿਨ੍ਹਾਂ ਦੇ ਆਇਆਂ ਤੋਂ ਲੋਕੀ ਜੋੜਾ ਲਾਉਂਦੇ ਆ, ਪਰ ਕੀ ਕਰੀਏ ਉਹ ਬੂਟ ਪਾਈ ਫਿਰਦੇ ਆ। ਸਤਿਨਾਮ। ਐਡਾ ਵੱਡਾ ਨਿਰਾਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿੱਛੇ ਆ ਰਹੇ ਆ, ਨਿਸ਼ਾਨ ਸਾਹਿਬ ਜਿੰਨਾ ਫੜੇ ਉਹਨਾਂ ਜੁੱਤੇ ਪਾਏ ਹੋਏ। ਫਿਰ ਪਤਾ ਕੀ ਕਹਿਣਗੇ ਅੱਗੋਂ ਜੇ ਪੁੱਛੋ, ਨਾ ਜੀ ਇਹ ਤੇ ਕਹਿੰਦੇ ਬਿਲਕੁਲ ਸੁੱਚੇ ਆ। ਮਾਫ ਕਰਿਓ, ਰੱਬ ਤੋਂ ਡਰ ਕੇ ਕਹਿਣਾ, ਜੇ ਸੁੱਚੇ ਆ ਕੱਲ੍ਹ ਨੂੰ ਤੇ ਪਾ ਕੇ ਗੁਰਦੁਆਰੇ ਦੇ ਅੰਦਰ ਆ ਜਾਓਗੇ ਵੀ ਇਹ ਕਿਹੜਾ ਅਸੀਂ ਲੈ ਕੇ ਗਏ ਆ ਕਿਤੇ ਪਾਏ, ਤੇ ਸੁੱਚੇ ਆ ਜੀ, ਪਾ ਕੇ ਆ ਜਾਓਗੇ ਦਰਬਾਰ 'ਚ। ਜੇ ਦਰਬਾਰ 'ਚ ਨਹੀਂ ਪਾ ਸਕਦੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਿਉਂ? ਉਹ ਜੁੱਤੀ ਤੇ ਜੁੱਤੀ ਹੈ, ਖੜਾਮ ਜੁੱਤੀ ਨਹੀਂ ਹੁੰਦੀ। ਕਦੇ ਜਾ ਕੇ ਵੇਖੋ ਸੰਪਰਦਾਵਾਂ ਦੇ ਵਿੱਚ ਜਿਹੜਾ ਜੋੜਾ ਲੱਕੜ ਦੀ ਖੜਾਵ ਲੰਗਰ 'ਚ ਪਾਈ ਜਾਂਦੀ, ਉਹ ਲੰਗਰ ਤੋਂ ਇੱਕ ਕਦਮ ਬਾਹਰ ਨਹੀਂ ਰੱਖੀ ਜਾਂਦੀ ਗੇਟ ਤੋਂ, ਕਿਉਂਕਿ ਸਿਰਫ ਅੰਦਰ ਵਾਸਤੇ ਹੈ। ਤੇ ਕਈ ਡਿਪਾਰਟਮੈਂਟ ਇਦਾਂ ਦੇ ਹੁੰਦੇ ਆ, ਖੜਾਵਾਂ ਨਾਲ ਹੀ ਵਾਸ਼ਰੂਮ, ਖੜਾਵਾਂ ਨਾਲ ਹੀ ਨਹਾਉਂਦੇ ਫਿਰਦੇ ਆ, ਉਹੀ ਲੰਗਰ 'ਚ, ਉਹੀ ਦਰਬਾਰ ਵਾਲੇ ਪਾਸੇ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੋ ਤੇ ਆਪ ਪਰਮੇਸ਼ਵਰ ਨੇ, ਆਪ ਬਲੀ ਅਵਤਾਰ ਨੇ, ਕਹਿੰਦੇ ਖੜਾਵਾਂ ਮਰਦ ਨੇ ਪਾਈਆਂ ਚਰਨਾਂ 'ਚ, ਅੰਦਰ ਆ ਗਏ। ਹੁਣ ਖੜਾਮ ਦੀ ਆਵਾਜ਼ ਆਵੇ, ਠੱਪ ਠੱਪ ਠੱਪ, ਪੱਥਰ ਲੱਗਾ ਉੱਤੇ। ਪਰ ਕੋਈ ਵੀ ਧਾਰਮਿਕ ਸਥਾਨ ਹੈ ਜੀ, ਉਹਦੇ ਤੇ ਨਾ ਕੋਈ ਜੋੜਾ ਪਾਵੇ, ਨਾ ਕੋਈ ਖੜਾਮ ਪਾਵੇ, ਸਤਿਗੁਰਾਂ ਪਾਵੇ। ਨਰਾਦਰ ਕਰਨ ਨਹੀਂ ਆਏ ਕਿਸੇ ਦਾ, ਵਿਖਾਉਣ ਆਏ ਆ ਕੁਝ, ਖੇਡ ਵਰਤਾਉਣ ਆਏ, ਕਿਉਂਕਿ ਉਹ ਆਮ ਇਨਸਾਨ ਨਹੀਂ ਹਨ, ਪਰਮੇਸ਼ਰ ਨੇ। ਹੁਣ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਦੇ ਚਰਨਾਂ ਵਿੱਚ ਕੋਈ ਜੋੜਾ ਨਹੀਂ, ਕੋਈ ਖੜਾਵ ਨਹੀਂ, ਨੰਗੇ ਚਰਨ ਨੇ। ਪਰ ਗੁਰੂ ਨਾਨਕ ਸਾਹਿਬ ਜੀ ਨੇ ਚਰਨਾਂ ਵਿੱਚ ਖੜਾਮ ਪਾਈ ਹੋਈ ਹੈ। ਖੜਾਵਾਂ ਦੇ ਸਮੇਤ ਕਬਰ ਵਾਲੇ ਪਾਸੇ ਆ ਗਏ।
ਤੇ ਮੁਲਾਨੇ ਬੋਝਾਂ ਵੈਸੇ ਕਰ ਹੀ ਸੇਵ। ਗੁਰੂ ਨਾਨਕ ਸਾਹਿਬ ਮਹਾਰਾਜ ਆ ਕੇ ਬੈਠ ਗਏ, ਕਹਿੰਦੇ ਮੁਲਾਨੀ ਸੇਵਾ ਕਰਦੇ ਫਿਰਦੇ ਆ। ਮੁੱਲਾਂ ਦੇਖੋ ਧਾਰਮਿਕ ਸਥਾਨ ਆ, ਉਹਨਾਂ ਦਾ ਸੇਵਾ ਉਹਨਾਂ ਕਰਨੀ ਹੈ। ਕਈ ਘੰਟੇ ਮਰਦ ਬੈਠੇ ਰਹੇ। ਸੁਭਾਵਕ ਕਿਸੇ ਦੀ ਨਜ਼ਰ ਖੜਾਵਾਂ ਤੇ ਗਈ ਹੋਣੀ। ਬੜੀ ਵਾਰ ਹੁੰਦਾ ਹੈ, ਬੜਿਆਂ ਨੇ ਬੜਾ ਕੁਝ ਕੀਤਾ ਹੁੰਦਾ, ਪਰ ਜਿੱਦਣ ਇੱਕ ਦੀ ਨਜ਼ਰ ਚਲ ਗਈ ਫਿਰ ਸਾਰੇ ਵੇਖਦੇ, ਹਾਂ ਓਏ ਉਹ ਏਦਾਂ ਕਰਦਾ ਹੈ, ਆਹ ਵੀ ਕੀਤਾ ਉਹਨੇ, ਆਹ ਵੀ ਪਾਇਆ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਖੜਾਵਾਂ ਪਾ ਕੇ ਬੈਠੇ ਰਹੇ, ਵੇਖਦੇ ਰਹੇ ਇੱਥੇ ਚੱਲ ਕੀ ਰਿਹਾ। ਕਹਿੰਦੇ ਜਿਹੜਾ ਆਇਆ ਕਰੇ ਸਜਦਾ ਕਰਿਆ ਕਰੇ ਜੀ ਕਬਰ ਮੁਹੰਮਦ ਸਾਹਿਬ ਤੋਂ ਹਰ ਕੋਈ ਮੰਨਤਾਂ ਮੰਗਦਾ ਏ। ਸ੍ਰੀ ਨਾਨਕ ਕੋ ਦੇਖ ਕਰ ਬੋਲੇ ਲਖਿਓ ਨਾ ਭੇਵ। ਹੁਣ ਗੁਰੂ ਸਾਹਿਬ ਬੈਠੇ ਬਹੁਤ ਦੂਰ ਨੇ ਜੀ, ਨੇੜੇ ਨਹੀਂ ਬੈਠੇ, ਕਿਉਂਕਿ ਕਬਰਾਂ ਨਾਲ ਲੈਣ ਦੇਣੇ ਨਹੀਂ ਉਹਨਾਂ ਦਾ ਕੋਈ। ਉਹ ਤੇ ਭਾਈ ਪ੍ਰਧਾਨਾ ਜਿੱਦ ਕਰਦਾ ਵਿਖਾਉਣ ਆਏ ਆ, ਤਾਰਨ ਆਏ ਨੇ ਦੁਨੀਆ ਨੂੰ। ਜਦੋਂ ਲੰਘਦੇ ਵੜਦੇ ਕਿਸੇ ਮੁੱਲੇ ਨੇ ਵੇਖਿਆ, ਕਿਉਂਕਿ ਸਤਿਗੁਰ ਇੱਕ ਪਾਸੇ ਬੈਠੇ, ਹੁਣ ਸਾਹਮਣੇ ਬੈਠੇ ਹੁਣ ਤੇ ਪਤਾ ਲੱਗੇ ਵੀ ਖੜਾਵਾਂ ਪਾਈ। ਕਹਿੰਦੇ ਇੱਕ ਮੁੱਲੇ ਨੇ ਵੇਖਿਆ, ਕਹਿਣ ਦੀ ਹਿੰਮਤ ਨਾ ਹੋਈ, ਸੋਚਿਆ ਕੋਈ ਪੀਰ ਹੋਣਗੇ, ਨੀਲੇ ਚੋਲੇ ਪਾਏ ਆ, ਹੱਜ ਕਰਨ ਆਏ ਆ, ਵੀ ਕੋਈ ਸਾਡੇ ਹੀ ਹੋਣਗੇ। 2 3 4 5 ਜਦੋਂ ਬਾਅਦ ਚ ਗੱਲਾਂ ਜੀਆਂ ਹੋਣ ਲੱਗੀਆਂ, ਕਹਿੰਦੇ ਕੋਈ ਨਾ ਉਪਰੇ ਜੇ ਬੰਦੇ ਆ, ਵੀ ਨਾ ਉਹ ਹਿੰਦੂ ਨੇ ਨਾ ਮੁਸਲਮਾਨ, ਕਿਉਂਕਿ ਉਹਨਾਂ ਜਨੇਊ ਬਹੁਤ ਵੱਡਾ ਉੱਪਰ ਪਾਇਆ ਹੋਇਆ। ਕੀ ਸਤਿਗੁਰ ਜਨੇਊ ਪਾ ਲਿਆ, ਜਿਹਨਾਂ ਬਚਪਨ 'ਚ ਨਹੀਂ ਪਾਇਆ ਹੁਣ ਕਿਉਂ ਪਾਇਆ? ਇੱਕ ਪਖੰਡ ਕੱਟਣ ਵਾਸਤੇ ਦਿਖਾ ਰਹੇ ਨੇ ਵੀ ਇਹਨਾਂ ਚੀਜ਼ਾਂ ਵਿੱਚ ਰੱਬ ਨਹੀਂ ਹੈ, ਲੜਾਈ ਦਾ ਕਾਰਨ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੇਖਿਆ, ਕਹਿੰਦੇ ਕੁਛ ਮੁੱਲੇ ਇਕੱਠੇ ਹੋਏ, ਚਰਚਾ ਕਰਕੇ ਨੇੜੇ ਆ ਗਏ ਵੀ ਬਾਕੀ ਗੱਲਾਂ ਛੱਡੋ, ਹਿੰਦੂ ਆ ਜਾਂ ਮੁਸਲਮਾਨ, ਹੀ ਖੜਾਵਾਂ ਪਾ ਕੇ ਅੰਦਰ ਕਿਵੇਂ ਆ ਗਿਆ? ਸੁਲਗ ਗਏ ਜੀ, ਉੱਤੇ ਗੁੱਸਾ ਚੜ ਗਿਆ। ਬਸ ਉਵੇਂ ਜਿਵੇਂ ਆਪਣੇ ਇਤਿਹਾਸਕ ਸਥਾਨਾਂ ਤੇ ਬਰਛੇ ਵਾਲੇ ਨਹੀਂ, ਬੁਰਛੇ ਖੜੇ ਹੁੰਦੇ ਨਾ ਕਈ ਵਾਰ। ਮੈਂ ਕਹਿੰਦਾ ਤੁਸੀਂ ਗਲਤੀ ਨਾਲ ਕਿਤੇ ਜੋੜਾ ਪਾ ਕੇ ਚਰਨ ਗੰਗਾ ਕੋਲੋਂ ਲੱਗ ਜਾਓ, ਜੇ ਕਿਤੇ ਉਹਨਾਂ ਕੋਲ ਹੋਵੇ 12 ਬੁਰ ਫੜੀ, ਪੱਖੀ ਚੋਂ ਕੱਢ ਦੇਣਾ। ਸਤਿਨਾਮ ਅੱਗੇ ਪਏ ਨੇ, ਲੋਕਾਂ ਨੂੰ ਦੁਖੀ ਹੋਏ ਪਏ ਨੇ, ਬਾਣੀ ਸੁਣ ਕੇ ਵੀ ਅੰਦਰ ਸ਼ਾਂਤੀ ਨਹੀਂ, ਗੁਰੂ ਘਰ ਰਹਿ ਕੇ ਵੀ ਅੰਦਰ ਨਿਮਰਤਾ ਨਹੀਂ, ਜ਼ਹਿਰ ਹੀ ਭਰਿਆ ਪਿਆ। ਜੇ ਜਿੱਦਣ ਇੱਕ ਕਿਸੇ ਨੂੰ ਕੌੜਾ ਬੋਲਤਾ, ਅਗਲਾ ਦੂਜੇ ਦਿਨ ਕਹਿੰਦਾ ਯਾਰ ਅਸੀਂ ਕੀ ਕਰਨ ਜਾਣਾ। ਜਿੱਥੇ ਸ਼ਾਂਤੀ ਮਿਲਦੀ ਉੱਥੇ ਦਿਲ ਦੁਖ ਰਿਹਾ ਹੋ ਜਾਂਦਾ, ਹੋ ਰਿਹਾ ਹੈ। ਪਰ ਬੜੇ ਐਸੇ ਵੀ ਗੁਰਮੁਖ ਪਿਆਰੇ ਸੇਵਾ ਕਰਨ ਵਾਲੇ ਆ, ਕਿਸੇ ਨੂੰ ਮੰਦਾ ਬੋਲ ਹੀ ਨਹੀਂ ਬੋਲਦੇ, ਆ ਕੇ ਹੱਥ ਨਾਲ ਇਸ਼ਾਰਾ ਕਰਕੇ ਬੇਨਤੀ ਕਰਦੇ, ਭਾਈ ਸਾਹਿਬ ਜੋੜਾ ਲਾ ਦਿਓ ਜੀ। ਗੁਰਮੁਖਾ ਸਿਰ ਕੱਜ ਲੈ, ਪਰ ਕਈ ਥਾਂ ਤੇ ਡਾਂਗ ਸੋਟਾ ਵੀ ਕਰੀ ਜਾਂਦੇ ਆ। ਉਹਦੇ ਨਾਲ ਕੀ ਹੁੰਦਾ? ਨਿੰਦਿਆ, ਨਰਾਦਰ, ਸ਼ਰਧਾ ਦਾ ਘਾਣ ਹੁੰਦਾ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਵੇਖੀਆਂ ਖੜਾਵਾਂ, ਕਹਿੰਦੇ ਭੁੱਲ ਗਿਆ ਹਾਜੀਆਂ ਨੂੰ ਇਕੱਠੇ ਹੋ ਕੇ ਆ ਗਏ ਵੀ ਪਹਿਲਾਂ ਇਹਨੂੰ ਇਹ ਪੁੱਛੋ ਵੀ ਇਹ ਹੈ ਕੌਣ ਹੈ, ਕਿੱਥੋਂ ਆਇਆ। ਉਹਨਾਂ ਦੀ ਬੋਲੀ, ਕਿਉਂਕਿ ਉਹ ਮਿੱਠਾ ਨਹੀਂ ਬੋਲਦੇ, ਕਿਸੇ ਇੱਜ਼ਤ ਸ਼ਰਧਾ ਨਹੀਂ ਰੱਖਦੇ ਕਿਤੇ। ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਉਹਨਾਂ ਘੇਰਾ ਪਾ ਲਿਆ। ਉਹ ਹੈ ਪੈਰ ਖਰਾਬ ਤੂੰ ਪਹਿਰ ਸਮੀਪੇ ਆਏ। ਬੜਾ ਕੌੜਾ ਬੋਲੇ ਆ ਕੇ, ਕਹਿੰਦੇ ਓਏ ਫਕੀਰਾ ਕੌਣ ਹੈ ਤੂੰ? ਮਰਦ ਨੇਤਰ ਭਰ ਕੇ ਉਹਨਾਂ ਵੱਲ ਵੇਖਿਆ, ਕਹਿੰਦੇ ਖੜਾਵਾਂ ਪਾਈ ਫਿਰਦਾ ਰਸੂਲ ਦੇ ਘਰੇ। ਓਏ ਅੱਲਾ ਤੋਂ ਤੈਨੂੰ ਡਰ ਨਹੀਂ ਆਉਂਦਾ, ਖੌਫ ਨਹੀਂ ਆਉਂਦਾ, ਤੂੰ ਸਣੇ ਜੁੱਤੀ ਅੰਦਰ ਆ ਗਿਆ। ਤੁਸੀਂ ਆਪ ਦੱਸੋ ਵੀ ਉਹਨਾਂ ਦੀ ਅਕਲ ਕਿੰਨੀ ਕੁ ਹੈ ਜਿਹੜੇ ਖੜਾਵਾਂ ਨੂੰ ਜੁੱਤੀ ਦੱਸ ਦੇਗਾ। ਸਾਡੇ ਨਾਲ ਪਤਾ ਹੀ ਨਹੀਂ ਕੁਛ। ਖੜਾਵਾਂ ਕਦੇ ਵੀ ਜੁੱਤੀ ਨਹੀਂ ਹੁੰਦੀਆਂ। ਖੜਾਵ ਕਿਹਨੂੰ ਕਹਿੰਦੇ ਆ? ਜੋ ਖੜੀ ਚੀਜ਼ ਹੋਵੇ, ਜਿਹਦੇ 'ਚ ਪਿੰਨ ਲੱਗਾ ਹੋਵੇ, ਸਿਰਫ ਥੋੜਾ ਜਿਹਾ ਬੰਦਾ ਤੁਰਦਾ ਏ। ਖੜਾਵਾਂ ਪਾਉਣ ਦੇ ਨਾਲ ਬੈਨੀਫਿਟ ਵੀ ਬੜੇ ਆ ਤੇ ਸਮਾਜਿਕ ਤੌਰ ਤੇ ਨੁਕਸਾਨ ਵੀ ਬੜੇ ਆ। ਆਪਣਾ ਇਹ ਵਿਸ਼ਾ ਨਹੀਂ ਹੈ। ਗੁਰੂ ਬਾਬਾ ਜੀ ਦੇ ਚਰਨਾਂ ਦੀਆਂ ਖੜਾਵਾਂ ਕਦੇ ਵੇਖੀਆਂ? ਕਦੇ ਦਰਸ਼ਨ ਕਰਿਓ। ਬੜੀਆਂ ਥਾਵਾਂ ਤੇ ਸਤਿਗੁਰਾਂ ਦੀਆਂ ਖੜਾਵਾਂ ਅੱਜ ਵੀ ਪਈਆਂ ਨੇ। ਪਹਿਲਾਂ ਤੇ ਵੇਖ ਕੇ ਹੈਰਾਨ ਹੋ ਜਾਓਗੇ ਵੀ ਐਡੇ ਵੱਡੇ ਚਰਨ ਸੀ ਗੁਰੂ ਨਾਨਕ ਸਾਹਿਬ ਜੀ ਦੇ। ਖੜਾਵਾਂ ਦਾ ਸਾਈਜ਼ ਕਿੱਦਾਂ ਪਾ ਕੇ ਤੁਰਦੇ ਹੋਣਗੇ, ਰੱਬੀ ਰੂਪ ਨੇ। ਜਦ ਸਤਿਗੁਰਾਂ ਦੇ ਚਰਨਾਂ 'ਚ ਖੜਾਮ ਵੇਖੀ ਨਾ, ਉਹ ਕਲਪ ਗਏ ਜੀ, ਭੜਕ ਗਏ। ਫੇਰ ਉਹ ਕੋਈ ਇੱਜ਼ਤ ਨਹੀਂ, ਕੋਈ ਸਤਿਕਾਰ ਨਹੀਂ, ਕੋਈ ਪਿਆਰ ਨਹੀਂ, ਆਕੜ ਕੇ ਬੋਲਦੇ ਨੇ। ਮਤ ਤੇਰੀ ਅਣਜਾਣ ਹੈ, ਜਾਰਤ ਰੀਤ ਨਾ ਪਾਏ। ਸਤਿਗੁਰਾਂ ਨੂੰ ਝਿੜਕ ਕੇ ਕਹਿੰਦੇ ਉਹ ਤੇਰੀ ਮਤ ਅਣਜਾਣ ਹੈ, ਤੈਨੂੰ ਅਕਲ ਨਹੀਂ, ਤੈਨੂੰ ਸਮਝ ਨਹੀਂ। ਤੂੰ ਆਇਆ ਯਾਰਤ ਕਰਨ, ਯਾਤਰਾ ਕਰਨ, ਤੇ ਆਹ ਕੀ ਪਾਈ ਫਿਰਦਾ? ਭਾਈ ਮਰਦਾਨਾ ਬੜੇ ਹੈਰਾਨ ਵੀ ਅਸੀਂ ਤੇ ਦਰਸ਼ਨ ਕਰਨ ਆਏ ਸੀ,
ਇਹਨਾਂ ਨੇ ਨਹੀਂ ਕਰਨ ਦੇਣੇ ਆਖੋ ਸਤਿਨਾਮ। ਇਹ ਜਿੱਥੇ ਵੇਖਦੇ ਉੱਥੇ ਹੀ ਘੇਰ ਲੈਂਦੇ, ਜੇ ਮੈਂ ਇਕੱਲਾ ਹੁੰਦਾ ਮੇਰੇ ਨਾਲ ਕੀ ਬਣਦਾ। ਉਹ ਸੋਚ ਰਹੇ ਆ ਵੀ ਜੇ ਗੁਰੂ ਬਾਬਾ ਜੀ ਦੇ ਨਾਲ ਏਦਾਂ ਪੇਸ਼ ਆਉਂਦੇ ਆ ਰੱਬ ਨਾਲ, ਤੇ ਆਮ ਬੰਦੇ ਦੀ ਕੀ ਗੱਲਬਾਤ ਹੈ। ਭਾਈ ਬਾਲਾ ਜੀ ਕਹਿੰਦੇ ਮੈਂ ਸਮਝ ਗਿਆ ਮਰਦ ਦਾ ਚੋਹ ਜਾਂ ਕੋਈ ਜਿਹੜੇ ਖਿਡਾਬ ਪਾ ਕੇ ਆਏ ਆ, ਪਰ ਕਹਿਣ ਵਾਲੇ ਪਤਾ ਕੌਣ? ਵੱਡੇ ਵੱਡੇ ਵਿਦਵਾਨ ਆਲਮ, ਜੋ ਇਸਲਾਮ ਦੇ ਵਿਦਵਾਨ ਨੇ, ਕਾਜੀ ਮੁੱਲਾ ਨੇ, ਜਿਨ੍ਹਾਂ ਦੇ ਰੁਤਬੇ ਚੰਗੇ ਆ ਗਏ ਸਤਿਗੁਰਾਂ ਦੇ ਕੋਲੇ, ਝੜਕ ਝੜਕ ਪੈਂਦੇ। ਤੈਨੂੰ ਮੱਤ ਨਹੀਂ, ਤੈਨੂੰ ਗਿਆਨ ਨਹੀਂ, ਤੂੰ ਅੱਲਾ ਤੋਂ ਡਰਦਾ ਨਹੀਂ, ਤੈਨੂੰ ਖੁਦਾ ਦਾ ਖੌਫ ਕੋਈ ਨਹੀਂ। ਅਦਬ ਮੁਹੰਮਦ ਕੋ ਨਾ ਕੀਆ, ਇਹੋ ਰਸੂਲ ਮਕਾਮ। ਕਹਿੰਦੇ ਤੂੰ ਮੁਹੰਮਦ ਸਾਹਿਬ ਦਾ ਅਦਬ ਨਹੀਂ ਕੀਤਾ, ਤੇ ਰਸੂਲ ਦਾ ਮੁਕਾਮ ਹੈ, ਟਿਕਾਣਾ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਬਚਨ ਸੁਣੇ ਨਾ, ਮਰਦ ਨੇ ਉਧਰ ਨੂੰ ਪੈਰ ਕਰ ਲਏ, ਛਰਨ ਕਰ ਲਏ ਉਧਰ ਨੂੰ ਜਿੱਧਰ ਕਬਰ ਸੀ, ਹੋਰ ਪੜਕ ਗਏ ਵੀ ਇੱਕ ਤੇ ਕਿਸੇ ਨੂੰ ਸਮਝਾਓ, ਅਗਲਾ ਕਹਿੰਦਾ ਸੌਰੀ ਭਾਈ ਗਲਤੀ ਹੋ ਗਈ, ਚਲੋ ਅਲੱਗ ਗੱਲ ਹੈ। ਅਸੀਂ ਰੋਕਿਆ, ਅਸੀਂ ਸਮਝਾਇਆ, ਰਸੂਲ ਦੇ ਘਰ ਵੱਲ ਪੈਰ ਕਰਕੇ ਦੇ ਗਏ। ਮਰਦ ਨੇ ਦੋਨੇ ਖੜਾਵਾਂ ਉਧਰ ਨੂੰ ਕਰ ਦਿੱਤੀਆਂ, ਪਿੱਛੇ ਹੱਥ ਕਰ ਲਏ, ਬੜੇ ਆਰਾਮ ਦੇ ਨਾਲ ਟਿਕਾ ਨਾਲ ਬੈਠ ਗਏ ਨੇ। ਬਖਸ਼ੀ ਹਟ ਜਈਏ ਅਬੈ, ਸੁਣ ਬੋਲੇ ਗੁਣ ਧਾਮ। ਗੁਣਾਂ ਦੇ ਸਾਗਰ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਹੁਣੇ ਹੀ ਉੱਠੋ, ਇੱਥੋਂ ਬਾਹਰ ਜਾਓ, ਬਖਸ਼ੇ ਜਾਓਗੇ, ਫਿਰ ਨਹੀਂ ਸਜ਼ਾ ਮਿਲੇਗੀ ਤੁਹਾਨੂੰ ਕੋਰੜਿਆਂ ਦੀ। ਹੁਣੇ ਜਾਓ, ਵੀ ਜੇ ਤੇ ਹੁਣੇ ਜਾਣਗੇ ਮਤਲਬ ਗਲਤੀ ਮੰਨਦੇ ਆ ਆਪਣੀ, ਜੇ ਨਹੀਂ ਜਾਣਗੇ ਤੇ ਫਿਰ ਚੁੱਕ ਕੇ ਸੁੱਟ ਕੇ ਆਵਾਂਗੇ, ਫਿਰ ਆਪਣੇ ਹਿਸਾਬ ਨਾਲ ਪੇਸ਼ ਆਵਾਂਗੇ। ਉਹਨਾਂ ਦਬ ਕੇ ਮਾਰੇ ਨੇ। ਸ੍ਰੀ ਮੁਖ ਵਾਕ ਸ੍ਰੀ ਰਾਗ ਮਹੱਲਾ ਪਹਿਲਾ, ਘਰ ਦੂਜਾ ਮੁਕਾਮ ਕਰ ਘਰ ਬੈਸਣਾ, ਨਿਤ ਚਲਣੇ ਕੀ ਧੋਖ। ਉਸ ਮਦੀਨੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਮੁੱਲਿਆਂ ਦੇ ਤਾਈਂ ਫਿਰ ਇੱਕ ਅੰਮ੍ਰਿਤ ਬਚਨ ਉਚਾਰਨ ਕੀਤਾ, ਸ਼੍ਰੀ ਰਾਗ ਮਹੱਲਾ ਪਹਿਲਾ, ਮੁਕਾਮ ਕਰ ਘਰ ਬੈਸਣਾ, ਨਿਤ ਚਲਣੇ ਕੀ ਧੋਖ। ਇਹ ਕਹਿੰਦੇ ਮੁਹੰਮਦ ਦਾ ਘਰ ਹੈ, ਰੱਬ ਦਾ ਘਰ ਹੈ। ਮੁਹੰਮਦ ਰੱਬ ਨਹੀਂ ਸੀ, ਪੈਗੰਬਰ ਸਨ। ਮਰਦ ਕਹਿੰਦੇ ਮੁਕਾਮ ਨਾਮ ਹੁੰਦਾ ਟਿਕਾਣਾ ਉਸ ਬੋਲੀ ਵਿੱਚ। ਮੁਕਾਮ ਕਰ ਘਰ ਬੈਸਣਾ, ਕਹਿੰਦੇ ਟਿਕਾਣਾ ਕਰਕੇ ਘਰ ਦਾ ਬੰਦਾ ਬਹਿ ਗਿਆ ਵੀ ਮੈਂ ਆਪਣੇ ਘਰ ਸੁਖੀ ਆ, ਮੈਨੂੰ ਪਰਵਾਹ ਨਹੀਂ ਕਿਸੇ ਦੀ, ਇਹ ਤੇ ਮੇਰਾ ਘਰ ਹੈ। ਗੁਰੂ ਸਾਹਿਬ ਕਹਿੰਦੇ ਨਿਤ ਚੱਲਣੇ ਕੀ ਭੂਖ। ਭੂਖ ਨਾਮ ਹੈ ਇੱਛਾ ਦਾ, ਭੂਖ ਨਾਮ ਹੈ ਡਰ ਦਾ। ਕਹਿੰਦੇ ਆ ਦੁਨੀਆ ਦਾ ਕਿਹੜਾ ਬੰਦਾ ਜਿਹਨੂੰ ਆਪਣੇ ਘਰ ਰਹਿੰਦਿਆਂ ਵੀ, ਨਾਲੇ ਕਹਿੰਦਾ ਮੇਰਾ ਘਰ ਹੈ, ਮਰਨ ਦਾ ਡਰ ਨਹੀਂ ਹੈ। ਆਖੋ ਸਤਿਨਾਮ। ਘਰ ਰਹਿ ਕੇ ਵੀ ਨਾ ਜੇ ਇੰਨਾ ਪਤਾ ਲੱਗ ਜੇ ਤੈਨੂੰ ਫਲਾਣੀ ਬਿਮਾਰੀ ਲੱਗ ਗਈ, ਤੂੰ ਨਹੀਂ ਬਚਦਾ, ਤੂੰ ਆਹ ਕੀਤਾ, ਤੂੰ ਨਹੀਂ ਬਚਦਾ। ਆਪਣਾ ਘਰ ਵੀ ਘਰ ਨਹੀਂ ਲੱਗਦਾ, ਉਹ ਵੀ ਖੰਡਰ ਲੱਗਣ ਲੱਗ ਜਾਂਦਾ ਹੈ। ਡਰ ਲੱਗਦਾ ਏ, ਕਿਉਂਕਿ ਅੰਦਰ ਡਰ ਹੈ ਉਸ ਚੀਜ਼ ਦਾ, ਮੌਤ ਦਾ, ਖੌਫ ਦਾ। ਮਰਦ ਕਹਿੰਦੇ ਭਾਈ ਆ ਦੁਨੀਆ ਦੇ ਘਰਾਂ ਵਿੱਚ ਉਹ ਕੋਈ ਵੀ ਘਰ ਹੋਵੇ, ਉਹਨੇ ਸਦਾ ਹੀ ਨਹੀਂ ਰਹਿਣਾ। ਆ ਕਿੰਨੇ ਘਰ ਨੇ ਸ਼ਹਿਰਾਂ ਵਿੱਚ ਆਪਣੇ, 30-30 35-35 ਸਾਲਾਂ ਬਾਅਦ ਲੋਕ ਤੋੜ ਦਿੰਦੇ ਆ। ਜਿਨ੍ਹਾਂ ਘਰਾਂ ਨੂੰ ਕਦੇ ਰੀਝਾਂ ਨਾਲ ਬਣਾਇਆ ਹੁੰਦਾ, ਚਾਅ ਨਾਲ ਬਣਾਇਆ ਹੁੰਦਾ, ਉਸੇ ਤੇ ਫਿਰ ਬਲਡੋਜ਼ਰ ਚੱਲਦਾ ਹੁੰਦਾ। ਕਿੰਨੇ ਥਾਂ ਨੇ, ਕਿੰਨੇ ਸ਼ਹਿਰ ਨੇ, ਕਿੰਨੇ ਘਰ ਨੇ, ਕਿੱਡੇ ਵੱਡੇ ਵੱਡੇ ਕਿਲੇ ਨੇ। ਕਦੇ ਉਹ ਚ ਰਾਜੇ ਰਾਣੀਆਂ ਰਹਿੰਦੇ ਸੀ, ਅੱਜ ਕੀ ਉਜਾੜ ਬਣੇ ਹੋਏ ਆ, ਕੱਖਦਾਨੇ ਹੋਏ ਪਏ ਆ। ਅੱਜ ਕਿਉਂ ਨਹੀਂ ਵਸਦਾ ਕੋਈ? ਕਿਉਂਕਿ ਇਹ ਸਦੀਵੀ ਨਹੀਂ। ਮਰਦ ਕਹਿੰਦੇ ਮੁਕਾਮ ਕਰ ਘਰ ਵੈਸਣਾ, ਕਹਿੰਦੇ ਟਿਕਾਣਾ ਉਹਨੂੰ ਬਣਾ ਜਿੱਥੇ ਬਹਿ ਜੇ ਤੈਨੂੰ ਮਰਨ ਦਾ ਗਮ ਤੇ ਦੁੱਖ ਨਾ ਹੋਵੇ। ਕਾਮ ਤਾਂ ਪਰ ਜਾਣੀਏ, ਜਾਂ ਰਹਿ ਨਿਹਚਲ ਲੋਕ। ਮੁਕਾਮ ਤਾਂ ਪਰ ਜਾਣੀ ਹੈ, ਜਾਂ ਰਹਿ ਨਿਹਚਲ ਲੋਕ। ਨਿਹਚਲ ਲੋਕ ਉਹਨੂੰ ਕਹਿੰਦੇ ਆ ਵੀ ਇਹ ਦੁਨੀਆ ਮਰਦੀ ਨਹੀਂ, ਇਹ ਦੁਨੀਆ ਡੁੱਬਦੀ ਨਹੀਂ, ਖਤਮ ਨਹੀਂ ਹੁੰਦੀ। ਸਤਿਗੁਰ ਕਹਿੰਦੇ ਭਾਈ ਜੇ ਤੇ ਦੁਨੀਆ ਜੰਮਦੀ ਮਰਦੀ ਨਹੀਂ, ਇਹਨਾਂ ਨੇ ਜਾਣਾ ਕਿਤੇ ਨਹੀਂ, ਫਿਰ ਇਹ ਅਚਲ ਹੈ। ਪਰ ਨਹੀਂ, ਇਹ ਤੇ ਨਿਹਚਲ ਹੈ। ਟਿਕਾਣਾ ਤੇ ਉਹਨੂੰ ਮੰਨੀਏ ਜਿਹੜਾ ਢਹਿੰਦਾ ਨਾ ਹੋਵੇ। ਘਰ ਬਣਾ ਕੇ ਬੰਦਾ ਆਫਰਿਆ ਫਿਰਦਾ ਵੀ ਇਹ ਘਰ ਢਹਿ ਨਹੀਂ ਸਕਦਾ। ਕਈ ਵਾਰ ਭੁਚਾਲ ਕਿਤੇ ਹੋਰ ਆਇਆ ਹੁੰਦਾ, ਕੰਧਾਂ ਕਿਸੇ ਦੀਆਂ ਗਿਰ ਜਾਂਦੀਆਂ। ਅੱਜ ਵੀ ਖਤਰਾ ਹੈ, ਕਦੇ ਵੀ ਕੁਦਰਤੀ ਆਫਤ ਨਾਲ ਕੋਈ ਵੀ ਘਰ ਡਿੱਗ ਸਕਦਾ ਹੈ। ਪਰ ਘਰ ਕਾਹਦਾ ਜਿਹੜਾ ਟੁੱਟਣ ਦਾ ਹੀ ਖਤਰਾ ਹੈ, ਜਿਹਦੀ ਛੱਤ ਟੁੱਟ ਸਕਦੀ ਹੈ। ਗੁਰੂ ਸਾਹਿਬ ਕਹਿੰਦੇ ਲੋਕ ਨਿਹਚਲ ਨਹੀਂ, ਇਹ ਤੁਰਦੇ ਫਿਰਦੇ ਨੇ, ਅਚਲ ਨਹੀਂ ਹੈ। ਇੱਥੇ ਕਦੇ ਘਰ ਸੀ, ਆ ਸਰਹੰਦ ਸ਼ਹਿਰ ਹੈ, ਅੱਜ ਫਤਿਹਗੜ੍ਹ ਸਾਹਿਬ। ਕਦੇ ਮਹਿਲ ਮੁਨਾਰੇ ਤੇ ਅਟਾਰੀਆਂ ਸੀ, ਅੱਜ ਅਵਸ਼ੇਸ਼ ਦੇਖਦੇ। ਵੱਡੇ ਵੱਡੇ ਬਾਜ਼ਾਰ ਸੀ, ਅੱਜ ਕੀ ਨੇ ਜੀ? ਖੇਤਾਂ ਦੇ ਖੇਤ ਦੂਰ ਦੂਰ ਤੱਕ। ਇੱਥੇ ਘਰ ਪਾ ਕੇ ਰਜਿਸਟਰੀਆਂ ਕਰਾਉਣ ਵਾਲੇ ਕਿੱਥੇ ਗਏ ਬਈ?
ਜਿਹੜੇ ਕਹਿੰਦੇ ਸੀ ਸਾਡਾ ਬਾਜ਼ਾਰ ਹੈ, ਸਾਨੂੰ ਨਫਾ ਬਹੁਤ ਹੈ, ਸਾਡੇ ਨਾਂ ਤੇ ਹੈ, ਰਿਹਾ ਕੁਛ ਨਹੀਂ ਬਚਿਆ। ਗੁਰੂ ਨਾਨਕ ਸਾਹਿਬ ਕਹਿੰਦੇ ਆ ਮੁਕਾਮ ਬਣਾਈ ਬੰਦਾ ਫਿਰਦਾ ਇਸ ਦੁਨੀਆ ਦੇ ਵਿੱਚ, ਤੁਸੀਂ ਮੁਹੰਮਦ ਦੇ ਘਰ ਦੀ ਗੱਲ ਕਰਦੇ। ਕਹਿੰਦੇ ਇੱਥੇ ਕੁਛ ਵੀ ਟਿਕਿਆ ਨਹੀਂ ਹੋਇਆ, ਕੁਛ ਵੀ ਟਿਕਾਊ ਨਹੀਂ, ਸਭ ਕੁਝ ਚੱਲਣ ਵਾਲਾ ਏ। ਦੁਨੀਆ ਕੈਸ ਮੁਕਾਮੇ, ਉਸ ਬੋਲੀ 'ਚ ਮਰਦੇ ਇਸ਼ਾਰਾ ਕਰਦੇ ਆ ਅਰਬੀ 'ਚ, ਦੁਨੀਆ ਕੈਸ ਮੁਕਾਮੇ। ਦੁਨੀਆ ਸ਼ਬਦ ਅਰਬੀ ਭਾਸ਼ਾ ਦਾ, ਕੈਸ ਮੁਕਾਮੇ ਕਹਿੰਦੇ ਦੁਨੀਆ ਸੱਚੀ ਹੈ, ਇਹਦਾ ਟਿਕਾਣਾ ਸੱਚਾ ਹੈ। ਕੀ ਇੱਥੇ ਜਿਹੜਾ ਆਇਆ ਉਹਨੇ ਜਾਣਾ ਨਹੀਂ? ਜਾਣਾ ਹੈ। ਮਹਾਰਾਜ ਦੀ ਬਾਣੀ ਲਿਖਦੀ ਹੈ ਭਾਈ ਇੱਥੇ ਤੇ ਆਉਣਾ ਜਾਣਾ ਲੱਗਿਆ ਸੀ, ਲੱਗਿਆ ਹੈ, ਲੱਗਿਆ ਰਹੇਗਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਦੋਂ ਵਾਰੀ ਲੱਗੀ ਆਉਣ ਜਾਣ ਦੀ ਤੇ ਫਿਰ ਟਿਕਾਈ ਕੋਈ ਨਹੀਂ, ਟਿਕਾਣਾ ਕੋਈ ਨਹੀਂ। ਦੁਨੀਆ ਕੈਸ ਮੁਕਾਮੇ, ਇਸ ਦੁਨੀਆ ਦਾ ਕੋਈ ਮੁਕਾਮ, ਕੋਈ ਟਿਕਾਣਾ ਨਹੀਂ। ਕਰ ਸਿਦਕ ਕਰਨੀ ਖਰਚ ਬਧੋ, ਲਾਗ ਰਹੋ ਨਾਮੇ। ਭਾਈ ਕਰ ਸਿਦਕ ਕਰਨੀ ਖਰਚ ਵਾਧੋ, ਲਾਗ ਰਹੋ ਨਾਮੇ। ਗੁਰੂ ਸਾਹਿਬ ਕਹਿੰਦੇ ਜੇ ਸਦਾ ਰਹਿਣਾ ਨਾ, ਸਿਦਕ ਰੱਖ ਜੀਵਨ ਵਿੱਚ, ਸਿਦਕ ਕਮਾਇਆ ਕਰ, ਸਿਦਕ ਭਰੋਸਾ, ਰੱਬ ਦਾ ਨਾਮ ਜਪ, ਤੇਰਾ ਅੰਦਰ ਕਦੇ ਨਹੀਂ ਮਰੇਗਾ। ਬਾਹਰੋਂ ਤੇ ਸਰੀਰ ਕਰਕੇ ਦੁਨੀਆ ਮਰਦੀ ਆ, ਲੋਕੀ ਪਲ ਪਲ ਮੌਤ ਮਰਦੇ ਮਨ ਕਰਕੇ, ਪਲ ਪਲ ਸਾਰੀ ਦੁਨੀਆ ਮਰ ਰਹੀ ਹੈ। ਬਾਹਰੋਂ ਹੱਸਣ ਵਾਲਾ, ਸੋਹਣੇ ਗੱਦਿਆਂ ਤੇ ਬੈਠਣ ਵਾਲਾ, ਅੰਦਰੋਂ ਚਿੰਤਾ 'ਚ ਮਰੀ ਜਾਂਦਾ, ਝੁਰੀ ਜਾਂਦਾ, ਹਾਏ ਘਾਟਾ ਹੀ ਨਾ ਪੈ ਜੇ, ਆਹ ਗੱਲ ਦਾ ਪਤਾ ਹੀ ਨਾ ਲੱਗ ਜੇ। ਜੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਕੀ ਹੋਊ, ਜੇ ਘਰਦਿਆਂ ਨੂੰ ਪਤਾ ਲੱਗ ਗਿਆ ਤਾਂ ਕੀ ਹੋਊ। ਇਹ ਨਿੱਤ ਦਾ ਮਰਨਾ ਹੈ। ਗੁਰੂ ਸਾਹਿਬ ਕਹਿੰਦੇ ਹਰ ਪਲ ਹਰ ਕੋਈ ਮਰਦਾ ਫਿਰਦਾ ਹੈ, ਇਸ ਦੁਨੀਆ ਤੇ ਕੋਈ ਟਿਕਾਣਾ ਹੀ ਨਹੀਂ, ਜਿਸ ਟਿਕਾਣੇ ਤੇ ਪੱਕਾ ਬੈਠਿਆ ਜਾਵੇ। ਜੋਗੀ ਤਾਂ ਆਸਨ ਕਰ ਬਹਿ, ਮੁੱਲਾ ਬਹਿ ਮੁਕਾਮ। ਕਹਿੰਦੇ ਜੋਗੀ ਤਾਂ ਆਸਣ ਕਰ ਬਹਿ, ਮੁੱਲਾ ਬਹਿ ਮੁਕਾਮ। ਜੋਗੀ ਲੋਕ ਆਸਣ ਲਾ ਕੇ ਬਹਿ ਗਏ, ਕਹਿੰਦੇ ਆਸਣ ਤੇ ਲੱਖਾਂ ਸਾਲ ਬੈਠੇ ਰਵਾਂਗੇ, ਸਾਹ ਚੜਾ ਕੇ ਲੰਬੇ ਕਰਕੇ। ਮੁੱਲਾ ਲੋਕ ਮਸਜਿਦਾਂ ਬਣਾ ਕੇ ਬਹਿ ਗਏ, ਕਹਿੰਦੇ ਇੱਥੇ ਰੱਬ ਦੀ ਘਰ ਮੌਤ ਨਹੀਂ ਆਉਂਦੀ। ਦੱਸੋ ਕਿੱਥੇ ਨਹੀਂ ਆਉਂਦੀ? ਕੀ ਗੁਰਦੁਆਰੇ ਰਹਿਣ ਵਾਲੇ ਨਹੀਂ ਮਰਦੇ? ਮੰਦਰ ਮਸਜਿਦ ਚਰਚ ਵਿੱਚ ਰਹਿਣ ਵਾਲੇ ਨਹੀਂ ਮਰਦੇ? ਇਹ ਕਿਹਨੇ ਕਹਿਤਾ ਵੀ ਧਰਮ ਦੀ ਦੁਨੀਆ ਚ ਆਉਣ ਵਾਲਾ ਮਰਦਾ ਨਹੀਂ? ਉਹ ਧਰਮ ਤੇ ਸ਼ੁਰੂ ਹੀ ਇੱਥੋਂ ਹੁੰਦਾ ਏ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਧਰਮ ਤੇ ਕਹਿੰਦਾ ਮਰਨਾ ਕਬੂਲ ਕਰ ਲੈ, ਮੌਤ ਦਾ ਖੌਫ ਛੱਡ ਦੇ। ਲੋਕੀ ਕਹਿੰਦੇ ਜੀ ਰੱਬ ਨੂੰ ਮੰਨਣ ਵਾਲੇ ਮਰਦੇ ਕਿਉਂ ਨਹੀਂ? ਇੱਥੇ ਤੇ ਗੁਰੂ ਪੀਰ ਔਲੀਏ ਪੈਗੰਬਰ ਦੇਵੀ ਦੇਵਤੇ ਸਭ ਨੇ ਮਰਨਾ। ਬਾਣੀ ਨੇ ਸਭ ਨੇ ਸ਼ਬਦ ਵਰਤੇ ਆ, ਸਭਨਾ ਮਰਨਾ ਆਇਆ ਵਿਛੋੜੇ ਸਭਨਾ। ਕਹਿੰਦੇ ਸਭ ਨੂੰ ਮਰਨਾ ਪੈਣਾ। ਪੰਛੀ ਹੋਵੇ, ਜਾਨਵਰ ਹੋਵੇ, ਮਨੁੱਖ ਹੋਵੇ, ਕੋਈ ਰੁੱਖ ਹੋਵੇ, ਪੱਥਰ ਹੋਵੇ, ਮੌਤ ਨਿਸ਼ਚਿਤ ਹੈ, ਇਹ ਤੋਂ ਕੋਈ ਨਹੀਂ ਬਚਦਾ। ਪੰਡਤ ਵਖਾਨ ਹੈ ਪੋਥੀਆਂ, ਸਿੱਧ ਬਹਿ ਦੇਵ ਸਥਾਨ। ਸਿੱਧ ਬੈਠੇ ਨੇ ਦਿਵਾਲਿਆਂ ਦੇ ਵਿੱਚ, ਪੱਥਰਾਂ 'ਚ ਲੁਕ ਕੇ, ਪਹਾੜਾਂ ਦੇ ਵਿੱਚ ਵੀ ਮੌਤ ਨਹੀਂ ਆਉਣੀ। ਗੁਰੂ ਸਾਹਿਬ ਕਹਿੰਦੇ ਪੰਡਤ ਵਖਾਣੇ ਪੋਥੀਆਂ, ਉਹ ਵਿਦਵਾਨ ਲੋਕ ਪੋਥੀਆਂ ਪੜ੍ਹ ਪੜ੍ਹ ਸੁਣਾਉਂਦੇ, ਕਹਿੰਦੇ ਮਰਿਆਂ ਤੋਂ ਸਵਰਗ ਮਿਲੂ। ਕਦੇ ਕਿਸੇ ਨੇ ਕਿਹਾ ਵੀ ਆ ਕਰਿਆਂ ਤੋਂ ਮੌਤ ਨਹੀਂ ਆਊਗਾ? ਖੋ ਸਤਿਨਾਮ। ਧਾਰਮਿਕ ਪੁਸਤਕਾਂ ਸੁਣਾਉਣ ਵਾਲਿਆਂ ਵੀ ਮਰਨਾ ਹੈ, ਪਰ ਗੁਰਬਾਣੀ ਨੇ ਕਦੇ ਨਹੀਂ ਕਿਹਾ ਮੌਤ ਨਹੀਂ ਆਊਗੀ। ਸਤਿਗੁਰ ਕਹਿੰਦੇ ਆਤਮਕ ਮੌਤੇ ਨਾ ਮਰੀ, ਸਰੀਰ ਦਾ ਮਰਨਾ ਤੇ ਸਭ ਨੇ ਮਰਨਾ ਹੈ, ਆਤਮਕ ਮੌਤ ਨਾ ਮਰੀ। ਗੁਰੂ ਸਾਹਿਬ ਕਹਿੰਦੇ ਕਿਸੇ ਮੁੱਲੇ ਦੀ ਗੱਲ ਦੱਸੋ, ਕਾਜੀ ਦੀ ਦੱਸੋ, ਸਿੱਧਾਂ ਦੀ ਦੱਸੋ। ਸਭ ਨੇ ਤਰੀਕੇ ਬਣਾਏ ਮੌਤ ਤੋਂ ਬਚਣ ਦੇ। ਸਿੱਧਾਂ ਨੇ ਲੰਬੀਆਂ ਉਮਰਾਂ ਕਿਉਂ ਕੀਤੀਆਂ? ਮੌਤ ਨਾ ਆਵੇ, ਇੱਕ ਦਿਨ ਫੇਰ ਮਰਨਾ ਪਏਗਾ। ਪੰਡਤਾਂ ਨੇ ਵੱਡੇ ਵੱਡੇ ਗ੍ਰੰਥ ਪੜ੍ਹੇ, ਵਿਦਵਾਨ ਬਣੇ ਵੀ ਮੌਤ ਤੋਂ ਬਚਣ ਦਾ ਤਰੀਕਾ ਲੱਭਿਆ ਜਾਵੇ। ਅੱਜ ਦੀ ਸਾਇੰਸ ਬਹੁਤ ਕੁਝ ਕਰਦੀ ਹੈ ਵੀ ਬੰਦਾ ਮਰੇ ਨਾ। ਅੱਜ ਦੀ ਕਰ ਰਹੀ ਹੈ ਜੀ। 1470 ਤੋਂ ਬਾਅਦ ਅੱਜ ਤੱਕ ਇਹ ਖੋਜਾਂ ਜਾਰੀ ਨੇ, ਪਰ ਅਜੇ ਤੱਕ ਖੂਨ ਦਾ ਭੇਦ ਨਹੀਂ ਪਾ ਸਕੇ, ਤੇ ਮੌਤ ਤੇ ਬੜੀ ਦੂਰ ਦੀ ਗੱਲ ਹੈ, ਨਾ ਹੀ ਪੈਣਾ ਕਿਸੇ। ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਆਖਦੇ ਆ, ਭਾਈ ਇੱਥੇ ਤੇ ਵੱਡੀਆਂ ਵੱਡੀਆਂ ਪੋਥੀਆਂ ਧਾਰਮਿਕ ਗ੍ਰੰਥ ਪੜ੍ਹੇ, ਪਰ ਗੁਰੂ ਨਾਨਕ ਸਾਹਿਬ ਦਾ ਪੰਥ ਕਹਿੰਦਾ ਏ ਦੁਨਿਆਵੀ ਮੌਤ ਤੋਂ ਨਾ ਡਰੀ, ਪਲ ਪਲ ਦੀ ਮੌਤ ਵੀ ਨਾ ਮਰੀ। ਆਖੋ ਸਤਿਨਾਮ। ਜਿਹੜਾ ਰੱਬ ਨੂੰ ਜਪਣ ਵਾਲਾ ਨੂੰ ਡਰ ਹੈ ਜੀ, ਜਿਵੇਂ ਕੱਪੜੇ ਬਦਲ ਲਏ ਉਹੋ ਜੀ ਮੌਤ ਹੈ। ਕਦੇ ਕੱਪੜੇ ਬਦਲਿਆਂ ਦੁੱਖ ਹੋਇਆ ਜੀ?
ਘਰ ਸ਼ਿਫਟ ਕੀਤਿਆਂ ਦੁੱਖ ਹੁੰਦਾ, ਜਦੋਂ ਨਵੀਂ ਕੋਠੀ ਤੁਹਾਡੇ ਕੋਲ ਸਾਹਮਣੇ ਕਨਾਲ ਦੀ ਪਈ ਹੋਵੇ ਤੇ 5 ਮਰਲੇ ਤੋਂ ਤੁਸੀਂ ਲੈਣਾ, ਦੁੱਖ ਹੁੰਦਾ, ਚਾਅ ਹੁੰਦਾ। ਵਧੀਆ ਸ਼ਹਿਰ 'ਚ ਸ਼ਿਫਟ ਹੋਵੋ ਤੇ ਚਾਅ ਨਹੀਂ ਹੋਊਗਾ, ਵਧੀਆ ਗੱਡੀ ਲਓ ਚਾਅ ਹੁੰਦਾ ਨਾ। ਇਸੇ ਤਰ੍ਹਾਂ ਬੰਦਗੀ ਵਾਲੇ ਜਦੋਂ ਆ ਜੱਜਰੀ ਸਰੀਰ ਛੱਡ ਕੇ ਜਾਂ ਪਰਲੋਕ ਜਾਂਦੇ ਆ, ਜਾਂ ਸੱਚਖੰਡ ਚਲੇ ਜਾਂਦੇ ਆ, ਜਾਂ ਨਵਾਂ ਸਰੀਰ ਧਾਰਨ ਕਰਦੇ, ਉਹਨਾਂ ਨੂੰ ਇਹਦਾ ਚਾਅ ਹੁੰਦਾ। ਆਖੋ ਸਤਿਨਾਮ। ਉਹ ਕਹਿੰਦੇ ਕਬੀਰ ਮੋਹੇ ਮਰਨੇ ਕਾ ਚਾਉ ਹੈ। ਦੁਨੀਆ ਡਰਦੀ ਫਿਰਦੀ ਹੈ, ਸਾਹਿਬ ਕਹਿੰਦੇ ਇਹ ਮੁਕਾਬ ਨਹੀਂ ਹੈ, ਪੱਕਾ ਟਿਕਾਣਾ ਨਹੀਂ। ਹੋਰ ਸਿੱਧ ਗਨ ਗੰਧਰਵ ਮੁਨ ਜਨ ਸੇਖ ਪੀਰ ਸਲਾਰ। ਸੁਰ ਸਿੱਧ ਮੁਨ ਜਨ ਗਣ ਗੰਧਰਵ ਸੇਖ ਪੀਰ ਸਲਾਰ। ਸਲਾਰ ਸਿਫਤਾਂ ਕਰਨ ਵਾਲੇ, ਸ਼ੇਖ ਵੱਡੇ ਵੱਡੇ, ਗਣ ਸ਼ਿਵ ਜੀ ਦੇ ਗਣ, ਗੰਧਰਵ ਦੇਵਤਿਆਂ ਦੇ ਰਾਗੀ। ਗੁਰੂ ਸਾਹਿਬ ਕਹਿੰਦੇ ਇਹ ਜਿੰਨੇ ਵੀ ਨੇ, ਦੱਸੋ ਕੌਣ ਨਹੀਂ ਮਰਿਆ? ਬ੍ਰਹਮਾ ਨਹੀਂ ਮਰਿਆ, ਸ਼ਿਵ ਨਹੀਂ ਮਰਿਆ, ਰਾਮ ਜੀ ਨਹੀਂ ਮਰੇ, ਜਾਂ ਕੋਈ ਅਵਤਾਰ ਨਹੀਂ ਮਰਿਆ। ਜੇ ਨਹੀਂ ਮਰੇ ਲਿਆਓ ਮੁਲਾਕਾਤ ਕਰਾਓ ਕਿਤੇ, ਸਭ ਨੇ ਮਰਨਾ ਹੈ, ਸਭ ਨੇ ਜਾਣਾ ਹੈ। ਜੋ ਜੰਮਿਆ ਜੋ ਜਨਮੈ ਤਿਸ ਸਰ ਪਰ ਮਰਨਾ, ਜੰਮੇ ਨੂੰ ਮਰਨਾ ਪੈਣਾ ਏ। ਦਰ ਕੂਚ ਕੂਚਾ ਕਰ ਗਏ ਅਬਰੇ ਪੀ ਚੱਲਣ ਹਾਰ। ਸਤਿਗੁਰ ਕਹਿੰਦੇ ਦਰ ਕੂਚ ਕੂਚਾ ਕਰ ਗਏ ਅਬਰੇ ਪੇ ਚੱਲਣ ਹਾਰ। ਬੜੇ ਇੱਥੋਂ ਕੂਚ ਕਰ ਗਏ, ਬੜਿਆਂ ਤੁਰ ਜਾਣਾ ਤੇ ਬੜੇ ਜਾਣ ਦੀ ਤਿਆਰੀ 'ਚ ਬੈਠੇ ਆ। ਪੱਕਾ ਕੀਲਾ ਇੱਥੇ ਕਿਸੇ ਦਾ ਨਹੀਂ ਕੱਢਿਆ, ਜਿੰਨਾ ਮਰਜ਼ੀ ਕੋਈ ਮਾਣ ਕਰੇ। ਸਾਹਿਬਾਂ ਤੇ ਸਪਸ਼ਟ ਬਾਣੀ ਵਿੱਚ ਕਹਿ ਦਿੱਤਾ, ਫਰੀਦਾ ਜਿਸ ਆਸਣ ਹਮ ਬੈਸੇ ਕੀਤੇ ਬੈਸ ਗਿਆ। ਜਿੱਥੇ ਅਸੀਂ ਬੈਠੇ ਆ ਕਿੰਨੇ ਕੁ ਬਹਿ ਕੇ ਤੁਰ ਗਏ, ਕਿੰਨੇ ਕੁ ਆਗੇ ਤੁਰ ਗਏ। ਸਮਾਂ ਸਮਾਪਤ ਹੈ, ਸ਼ਬਦ ਦੇ 2 ਬੰਦ ਆਪਾਂ ਵਿਚਾਰੇ ਆ। ਅੱਗੇ ਮਰਦ ਕੀ ਕਹਿਣਗੇ, ਉਸ ਤੋਂ ਬਾਅਦ ਫਿਰ ਕੀ ਹੋਣਾ ਹੈ? ਕਿਉਂਕਿ ਉਹਨਾਂ ਓਬਜੈਕਸ਼ਨ ਕੀਤਾ, ਤੁਸੀਂ ਖੜਾਮ ਪਾ ਕੇ ਇੱਥੇ ਮੁਹੰਮਦ ਸਾਹਿਬ ਦੀ ਕਬਰ ਕੋਲ ਕਿਵੇਂ ਆ ਗਏ? ਮਦੀਨੇ 'ਚ ਐਂਟਰੀ ਕਿਵੇਂ ਹੋ ਗਈ? ਤੁਸੀਂ ਮੁਸਲਮਾਨ ਹੋ ਜਾਂ ਹਿੰਦੂ ਹੋ, ਕੌਣ ਹੋਏ, ਕੀਤਾ ਕਿਉਂ ਹੈ? ਸਾਰੀਆਂ ਗੱਲਾਂ ਦੇ ਜਵਾਬ ਮਹਾਰਾਜ ਦੀ ਕਿਰਪਾ ਨਾਲ ਆਉਣ ਵਾਲੇ ਪ੍ਰਸੰਗਾਂ ਵਿੱਚ ਆਉਣਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।